ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੇ ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਬੋਰਡ ਦਾ 6ਵੀਂ ਕਲਾਸ ਦਾ ਜਿਹੜਾ ਹੈ ਪਾਰਟ ਨੰਬਰ ਜਾਂ ਚੈਪਟਰ ਨੰਬਰ 6 ਜਿਹੜਾ ਹੈ ਉਹ ਡਿਸਕਸ ਕਰਾਂਗੇ, ਜਿਸ ਦੇ ਵਿੱਚ ਸਾਡਾ ਭਾਰਤ ਅਤੇ ਸੰਸਾਰ ਦੇ ਵਿੱਚ ਦੀ ਕੀ ਸਥਿਤੀ ਹੈ ਉਸ ਬਾਰੇ ਆਪਾਂ ਜ਼ਿਕਰ ਕਰਾਂਗੇ। ਇਸ ਤੋਂ ਪਹਿਲਾਂ ਫਸਟ ਪਾਰਟ ਜਿਹੜਾ ਹੈ ਉਹ ਆਪਣਾ ਕੰਪਲੀਟ ਹੋ ਚੁੱਕਿਆ ਹੈ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਇਹਨਾਂ ਦੀਆਂ PDF ਜਿਹੜੀਆਂ ਨੇ ਉਹ ਐਪ ਦੇ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ, ਉੱਥੋਂ ਜਾ ਕੇ ਤੁਸੀਂ ਉਹ PDF ਵੀ ਜਿਹੜੀਆਂ ਨੇ ਉਹ ਕਲੈਕਟ ਕਰ ਸਕਦੇ ਹੈਗੇ ਹੋਗੇ। ਸੋ ਇਹ ਚੈਪਟਰ ਜਿਹੜੇ ਸ਼ੁਰੂ ਕਰਨ ਦੀ ਆਪਣੀ ਮੇਨ ਜਿਹੜਾ ਉਦੇਸ਼ ਹੈ ਉਹ ਇਸ ਲਈ ਹੈ ਤਾਂ ਕਿ ਤੁਸੀਂ ਜਿਹੜਾ ਹੈ ਕਿਸੇ ਵੀ ਕਨਸੈਪਟ ਨੂੰ ਬੇਸਿਕ ਤੋਂ ਸਮਝ ਸਕੋ ਕਿ ਅਸਲ ਦੇ ਵਿੱਚ ਸ਼ੁਰੂ ਕਿੱਥੋਂ ਹੋਇਆ ਹੈਗਾ ਤੇ ਫਿਰ ਅੱਗੇ ਅੱਗੇ ਜਿਹੜਾ ਇਹਦਾ ਵਿਸਥਾਰ ਹੈ ਉਹ ਕਿਵੇਂ ਕਿਵੇਂ ਵੱਧਦਾ ਗਿਆ ਹੈਗਾ। ਸੋ ਉਸ ਦੇ ਲਈ ਆਪਾਂ ਇਹ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਇਹ ਤੁਹਾਨੂੰ 6ਵੀਂ ਕਲਾਸ ਦੇ ਬੱਚਿਆਂ ਦੇ ਲਈ ਵੀ ਹੈਲਪਫੁਲ ਰਹੂਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਹਨਾਂ ਦੇ ਵੀ ਹੈਲਪਫੁਲ ਰਹੂਗਾ, ਕਿਉਂਕਿ ਇਹ ਤੁਹਾਨੂੰ ਬੇਸਿਕ ਸਟਰਕਚਰ ਜਿਹੜਾ ਹੈ ਜੋ ਵੀ ਸਾਡਾ ਸ਼ੁਰੂਆਤ ਦੇ ਵਿੱਚ ਆਉਂਦਾ ਹੈ ਉਹਦੇ ਬਾਰੇ ਸਮਝਣ ਦੇ ਵਿੱਚ ਮਦਦ ਕਰੂਗਾ, ਜਿੱਥੋਂ ਤੁਹਾਨੂੰ ਪਹਿਲਾਂ ਛੋਟੇ ਛੋਟੇ ਕਨਸੈਪਟ ਪਤਾ ਲੱਗਣਗੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਜਾ ਕੇ ਉਹਦੇ ਬਾਰੇ ਬੜਾ ਵਿਸਥਾਰ ਦੇ ਨਾਲ ਜਾਣ ਸਕੋਗੇ ਤੇ ਉਹ ਤੁਹਾਨੂੰ ਜਾਣਨਾ ਜਿਹੜਾ ਹੈ ਸੌਖਾ ਹੋ ਜਾਊਗਾ। ਕਿਉਂਕਿ ਸਿੱਧਾ ਹੀ ਤੁਸੀਂ ਜੇਕਰ ਟੌਪ ਦੇ ਉੱਪਰ ਜਾ ਕੇ ਦੇਖੋਗੇ ਤਾਂ ਤੁਹਾਨੂੰ ਉਹ ਮੁਸ਼ਕਲ ਲੱਗੇਗਾ, ਪਰ ਜੇਕਰ ਤੁਸੀਂ ਇਕੱਲੀ ਪੌੜੀ ਉੱਪਰ ਚੜੋਗੇ ਤਾਂ ਤੁਹਾਨੂੰ ਉਹ ਈਜ਼ੀ ਲੱਗੇਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਤਾਂ ਕਿ ਤੁਸੀਂ ਛੋਟੇ ਕਨਸੈਪਟ ਤੋਂ ਸ਼ੁਰੂ ਕਰਕੇ ਇੱਕ ਵੱਡੇ ਕਨਸੈਪਟ ਤੱਕ ਕਿਵੇਂ ਪਹੁੰਚਣਾ ਹੈ ਉਹਦੇ ਨਾਲ ਰਿਲੇਟਡ ਸਾਰੀਆਂ ਕਲਾਸਿਸ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋਗੇ। ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਇਸ ਤੋਂ ਪਹਿਲਾਂ ਆਪਾਂ ਇੰਡੀਆ ਦੇ ਇਸ ਕਲਾਸ ਦੇ ਵਿੱਚ ਪਹਿਲਾ ਪਾਰਟ ਡਿਸਕਸ ਕਰ ਲਿੱਤਾ ਸੀ, ਜਿਸ ਦੇ ਵਿੱਚ ਆਪਾਂ ਸਮਝਿਆ ਸੀਗਾ ਕਿ ਭਾਰਤ ਦੀ ਜਿਹੜੀ ਹੈ ਪੋਲੀਟੀਕਲ ਸਥਿਤੀ ਕੀ ਹੈਗੀ, ਭਾਵ ਕਿ ਰਾਜਨੀਤਿਕ ਤੌਰ ਦੇ ਉੱਪਰ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਫੈਲਿਆ ਹੋਇਆ ਹੈਗਾ ਅਤੇ ਇਹਦੇ ਵਿੱਚ ਕਿੰਨੀਆਂ ਸਟੇਟਾਂ ਜਿਹੜੀਆਂ ਪੈਂਦੀਆਂ ਨੇ, ਕਿੰਨੀਆਂ ਯੂਨੀਅਨ ਟੈਰੀਟਰੀ ਨੇ, ਉਹ ਆਪਣੇ ਫਸਟ ਪਾਰਟ ਦੇ ਵਿੱਚ ਡਿਸਕਸ ਹੋ ਚੁੱਕੇ ਹੈਗੇ ਆ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਸੈਕੰਡ ਪਾਰਟ ਡਿਸਕਸ ਕਰਾਂਗੇ, ਜਿਸ ਨੂੰ ਕਿਹਾ ਜਾਂਦਾ ਹੈ ਭੌਤਿਕ ਵੰਡ, ਮਤਲਬ ਕਿ ਫਿਜ਼ੀਕਲ ਸਟਰਕਚਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੈਗਾ। ਪੋਲੀਟੀਕਲ ਦੇ ਵਿੱਚ ਰਾਜ ਨੂੰ ਲੈ ਕੇ ਜਿਹੜਾ ਹੈ ਮੇਨ ਕਨਸੈਪਟ ਹੁੰਦੇ ਹੈਗੇ ਆ। ਫਿਜ਼ੀਕਲ ਦੇ ਵਿੱਚ ਜਿਹੜੇ ਸਾਡੇ ਭਾਰਤ ਦੇ ਵਿੱਚ ਜਿਵੇਂ ਕਿ ਨਦੀਆਂ ਹੋ ਗਈਆਂ, ਜਿਵੇਂ ਮਾਊਂਟੇਨ ਹੋ ਗਏ, ਜਿਵੇਂ ਕਿ ਮੈਦਾਨ ਹੋ ਗਏ, ਸੋ ਇਹਨਾਂ ਦੀ ਸਟੱਡੀ ਜਿਹੜੀ ਹੈ ਉਹ ਕੀਤੀ ਜਾਂਦੀ ਹੈਗੀ। ਓਕੇ, ਸੋ ਪੋਲੀਟੀਕਲ ਮੈਪ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਸਟੇਟਾਂ ਨੂੰ ਜਿਹੜਾ ਪ੍ਰੈਜ਼ੈਂਟ ਕੀਤਾ ਸੀਗਾ ਤੇ ਇੱਥੇ ਆਪਾਂ ਗੱਲ ਕਰ ਰਹੇ ਹਾਂ ਫਿਜ਼ੀਕਲ ਦੀ। ਤਾਂ ਫਿਜ਼ੀਕਲ ਦੇ ਵਿੱਚ ਆ ਸਾਰਾ ਕੁਝ ਆਊਗਾ ਕਿ ਜਿਹੜਾ ਹਿਮਾਲਿਆ ਪਰਬਤ ਹੈ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ, ਕਿਹੜੀਆਂ ਨਦੀਆਂ ਨੇ, ਕਿੱਥੇ ਕਿਹੜਾ ਪਲਾਨ ਹੈਗਾ, ਕੋਸਟਲ ਏਰੀਆ ਕਿਹੜਾ ਪੈਂਦਾ ਹੈ, ਇਹ ਸਾਰੇ ਖੇਤਰਾਂ ਨੂੰ ਆਪਾਂ ਫਿਜ਼ੀਕਲ ਸਿਸਟਮ ਦੇ ਵਿੱਚ ਜਾਂ ਫਿਜ਼ੀਕਲ ਸਟਰਕਚਰ ਦੇ ਵਿੱਚ ਰੀਡ ਕਰਦੇ ਹਾਂ। ਇਹ ਚੈਪਟਰ ਆਪਾਂ ਭਾਰਤ ਦੇ ਨਾਲ, ਇਸ ਕਰਕੇ ਭਾਰਤ ਦੇ ਬਾਰੇ ਆਪਾਂ ਇਸ ਦੇ ਵਿੱਚ ਜਿਹੜੀ ਹੈ ਡਿਟੇਲ ਆ ਉਹ ਡਿਸਕਸ ਕਰਾਂਗੇ। ਸੋ ਭਾਰਤ ਦੀ ਜੇਕਰ ਫਿਜ਼ੀਕਲ ਵੰਡ ਦੀ ਗੱਲ ਕਰੀਏ ਤਾਂ ਇਹਨੂੰ 5 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਉੱਤਰ ਦੇ ਮਹਾਨ ਪਰਬਤ ਜਿਹੜੇ ਕਿ ਨਾਰਥ ਡਾਇਰੈਕਸ਼ਨ ਦੇ ਵਿੱਚ ਪੈ ਜਾਂਦੇ ਹੈਗੇ ਸਾਰਾ ਦਾ ਸਾਰਾ, ਇਹ ਉਹ ਸਾਰਾ ਖੇਤਰ ਹੈ ਜਿਹੜਾ ਕਿ ਗ੍ਰੇਟ ਹਿਮਾਲਿਆ ਦੇ ਨਾਲ ਘਿਰਿਆ ਹੋਇਆ ਹੈਗਾ, ਜਿਹਨੂੰ ਕਿ ਆਪਾਂ ਮਹਾਨ ਹਿਮਾਲਿਆ ਕਹਿ ਦਿੰਦੇ ਹੈਗੇ, ਗ੍ਰੇਟ ਹਿਮਾਲਿਆ। ਓਕੇ, ਦੂਸਰਾ ਭਾਗ ਹੈ ਜੀ ਉੱਤਰ ਦੇ ਵਿਸ਼ਾਲ ਮੈਦਾਨ। ਇਹ ਮੈਦਾਨੀ ਏਰੀਆ ਹੈ ਜਿਹੜਾ ਕਿ ਨਦੀਆਂ ਦੇ ਦੁਆਰਾ ਲਿਆਂਦੇ ਗਏ ਪਾਣੀ ਦੇ ਦੁਆਰਾ ਬਣਦੇ ਹੈਗੇ ਆ, ਪਰ ਇਹ ਪਲੇਨ ਏਰੀਆ ਹੈ। ਇਹ ਸਾਰਾ ਆਹ ਵਾਲਾ ਖੇਤਰ ਜਿਹੜਾ ਹੈ ਤੁਸੀਂ ਪਲੇਨ ਏਰੀਆ ਦੇਖ ਸਕਦੇ ਹੈਗੇ ਹੋ। ਇਸ ਤੋਂ ਆਹ ਖੇਤਰ ਜਿਹੜਾ ਹੈਗਾ ਜਾਂ ਗੰਗਾ ਬ੍ਰਹਮਪੁੱਤਰ ਦਾ ਖੇਤਰ ਹੈਗਾ, ਇਹ ਸਾਰੇ ਖੇਤਰ ਜਿਹੜੇ ਹੈ ਉਹ ਪਲੇਨ ਖੇਤਰ ਕਹਾਉਂਦੇ ਆ, ਜਿਹਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, UP, ਇਹ ਬਿਹਾਰ ਸਾਰੇ ਇਸ ਦੇ ਵਿੱਚ ਆ ਜਾਂਦੇ ਹੈਗੇ। ਓਕੇ, ਇਹ ਪਲੇਨ ਖੇਤਰ ਹੈਗੇ ਆ, ਉੱਤਰ ਡਾਇਰੈਕਸ਼ਨ ਦੇ ਵਿੱਚ ਪੈਂਦੇ ਹੈ, ਇਸ ਕਾਰਨ ਕਰਕੇ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਪਲੇਨ ਏਰੀਆ ਕਹਿ ਦਿੰਦੇ ਆ। ਤੇ ਭਾਰਤ ਦੇ ਵਿੱਚ ਇਹ ਖੇਤਰ ਖੇਤੀ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ, ਕਿਉਂਕਿ ਇੱਥੇ ਨਦੀਆਂ ਦੇ ਦੁਆਰਾ ਲਿਆਂਦੀ ਗਈ ਮਿੱਟੀ ਦੇ ਦੁਆਰਾ ਇਹਨਾਂ ਨੂੰ ਨਿਰਮਾਣ ਕੀਤਾ ਜਾਂਦਾ, ਜਿੱਥੇ ਐਗਰੀਕਲਚਰ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ। ਤੀਸਰਾ ਭਾਗ ਆ ਜਾਂਦਾ ਹੈ ਪ੍ਰਾਇਦੀਪੀ ਪਠਾਰ, ਜਿਹਨੂੰ ਕਿ ਡੈਕਨ ਦਾ ਜਿਹੜਾ ਪਲੇਟੂ ਕਹਿ ਦਿੰਦੇ ਹੈਗੇ, ਇਹ ਸਦਰਨ ਪਾਰਟ ਦੇ ਵਿੱਚ ਪਾਇਆ ਜਾਂਦਾ ਹੈਗਾ। ਪਲੇਟੂ ਮਤਲਬ ਹੁੰਦਾ ਹੈ ਕਿ ਇੱਕ ਟੇਬਲ ਦੇ ਸਾਈਜ਼ ਦਾ ਉਹ ਪਾਰਟ ਜਿਸ ਨੂੰ ਕਿ ਆਪਾਂ ਕਹਿ ਸਕਦੇ ਹੈਗੇ ਇੱਕ ਟੇਬਲ ਦੀ ਸ਼ੇਪ ਦੇ ਵਿੱਚ ਹੁੰਦਾ ਹੈਗਾ। ਓਕੇ, ਟੇਬਲ ਦੀ ਸ਼ੇਪ ਦੇ ਵਿੱਚ ਹੁੰਦਾ ਹੈ, ਕਿਉਂਕਿ ਇਹ ਆਪਣੀ ਆਸ-ਪਾਸ ਦੀ ਜ਼ਮੀਨ ਤੋਂ ਜਿਹੜਾ ਹੈ ਉੱਪਰ ਉੱਠਿਆ ਹੁੰਦਾ ਹੈਗਾ ਤੇ ਬਾਕੀਆਂ ਦੇ ਨਾਲੋਂ ਅਲੱਗ ਦਿਖਾਈ ਦਿੰਦਾ ਹੈ। ਇਹ ਬਿਲਕੁਲ ਸਦਰਨ ਪਾਰਟ ਦੇ ਵਿੱਚ ਪੈਂਦਾ ਹੈਗਾ ਤੇ ਇੱਕ ਤਿਕੋਣਾ ਜਾਂ ਜਿਹੜਾ ਇਹਦਾ ਆਕਾਰ ਹੈ ਉਹ ਦੇਖਣ ਨੂੰ ਮਿਲਦਾ ਹੈਗਾ।
ਓਕੇ। ਇਸ ਤੋਂ ਇਲਾਵਾ ਹੈ ਜੀ ਤੱਟ ਦੇ ਮੈਦਾਨ, ਕੋਸਟਲ ਪਲਾਨ ਜਿਹੜੇ ਹੈਗੇ ਨੇਗੇ, ਉਹ ਖੇਤਰ ਹੈ ਜਿਹੜੇ ਸਮੁੰਦਰ ਦੇ ਨਾਲ ਟੱਚ ਹੁੰਦੇ ਹੈਗੇ ਆ। ਜਿਵੇਂ ਕਿ ਆਪਾਂ ਗੁਜਰਾਤ ਤੋਂ ਗੱਲ ਕਰੀਏ, ਆ ਸਾਰਾ ਖੇਤਰ ਪੈਂਦਾ ਹੈਗਾ ਗਾ ਇੱਧਰ ਬੰਗਾਲ ਤੱਕ ਜਾਂਦਾ ਹੈ, ਪੱਛਮੀ ਬੰਗਾਲ ਤੱਕ, ਠੀਕ ਹੈ। ਇਹ ਸਾਰਾ ਖੇਤਰ ਕੀ ਹੈ, ਕੋਸਟਲ ਲਾਈਨ ਕਹਾਵੇਗਾ, ਕਿਉਂਕਿ ਇਹ ਸਾਰਾ ਦਾ ਸਾਰਾ ਖੇਤਰ ਸਮੁੰਦਰ ਦੇ ਨਾਲ ਲੱਗਦਾ ਹੈਗਾ ਗਾ। ਸੋ ਇਸ ਕਾਰਨ ਕਰਕੇ ਇਹ ਸਾਰਾ ਖੇਤਰ ਕੋਸਟਲ ਲਾਈਨ ਕਹਾਊਗਾ। ਇਹਨੂੰ ਡਾਇਰੈਕਸ਼ਨ ਦੇ ਆਧਾਰ ਦੇ ਉੱਪਰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਦਿੰਦੇ ਹੈਗੇ ਆਂਗੇ। ਇੱਧਰਲਾ ਖੇਤਰ ਜਿਹੜਾ ਹੈ ਵੈਸਟ ਡਾਇਰੈਕਸ਼ਨ ਦੇ ਵਿੱਚ ਪੈਂਦਾ ਹੈ, ਉਹਨੂੰ ਕਹਿ ਦਿੱਤਾ ਜਾਂਦਾ ਹੈ ਵੈਸਟਰਨ ਘਾਟ। ਜਿਹੜਾ ਪੂਰਬ ਦੇ ਵਿੱਚ ਪੈਂਦਾ ਹੈਗਾ ਗਾ, ਉਸ ਨੂੰ ਕਹਿ ਦਿੱਤਾ ਜਾਂਦਾ ਹੈ ਈਸਟਰਨ ਘਾਟ ਜਾਂ ਪੂਰਬੀ ਘਾਟ। ਓਕੇ। ਤੀਸਰਾ ਹੈ ਪੰਜਵਾਂ ਹੈ ਆਪਣੇ ਕੋਲ, ਪੰਜਵਾਂ ਪਾਰਟ ਦੀਪ ਸਮੂਹ। ਇਹ ਉਹ ਸਮੂਹ ਹੈ ਜਿਹੜਾ ਕਿ ਸਮੁੰਦਰ ਦੇ ਦੁਆਰਾ ਵੱਖ ਹੋਇਆ ਹੈਗਾ ਗਾ ਤੇ ਛੋਟੇ ਛੋਟੇ ਖੇਤਰਾਂ ਦੇ ਵਿੱਚ ਡਿਵਾਈਡ ਹੋਇਆ ਹੈਗਾ ਗਾ। ਭਾਰਤ ਦੇ ਵਿੱਚ ਦੋ ਦੀਪ ਸਮੂਹ ਵੱਖਰੇ ਤੌਰ ਦੇ ਉੱਪਰ ਦੇਖਣ ਨੂੰ ਮਿਲਦੇ ਆ ਜੋ ਵੱਡੇ ਪੱਧਰ ਦੇ ਉੱਪਰ ਹੈ। ਇੱਕ ਹੈ ਲਕਸ਼ਦੀਪ ਜੋ ਕਿ ਅਰਬ ਸਾਗਰ ਦੇ ਵਿੱਚ ਪੈਂਦਾ ਹੈ। ਦੂਸਰਾ ਹੈ ਅੰਡੇਮਾਨ ਨਿਕੋਬਾਰ ਦੀਪ ਸਮੂਹ, ਇਹ ਪੈਂਦਾ ਹੈ ਜੀ ਬੇ ਆਫ ਬੰਗਾਲ ਦੇ ਵਿੱਚ। ਤਾਂ ਇਸ ਤਰੀਕੇ ਦੇ ਨਾਲ ਸਾਡੇ ਪੂਰੇ ਭਾਰਤ ਨੂੰ ਫਿਜ਼ੀਕਲ ਤੌਰ ਦੇ ਉੱਪਰ 5 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈਗਾ ਗਾ। ਨਾਰਮਲੀ ਕੁਐਸਚਨ ਤੁਹਾਡੇ ਇਹਨਾਂ ਦੇ ਵਿੱਚੋਂ ਹੀ ਕਵਰ ਹੋ ਜਾਂਦੇ ਹੁੰਦੇ ਹੈਗੇ ਬਹੁਤ ਸਾਰੇ ਗਵਰਨਮੈਂਟ ਐਗਜ਼ਾਮ ਦੇ ਵਿੱਚ ਜਿਓਗ੍ਰਾਫੀ ਦੇ। ਓਕੇ। ਸੋ 1 ਬਾਈ 1 ਡਿਸਕਸ ਕਰਦੇ ਹਾਂ। ਛੋਟੇ ਲੈਵਲ ਤੋਂ ਸ਼ੁਰੂ ਕਰ ਰਹੇ ਹਾਂ, ਇਸ ਕਰਕੇ 6ਵੀਂ ਕਲਾਸ ਦੀ ਇਹ ਬੁੱਕ ਹੈ, ਉਹਦੇ ਅਕੋਰਡਿੰਗ ਆਪਾਂ ਚੈਪਟਰ ਨੂੰ ਡਿਸਕਸ ਕਰਾਂਗੇ। ਜ਼ਿਆਦਾ ਹਾਈ ਲੈਵਲ ਨਹੀਂ ਰਹੂਗਾ ਇਹਦੇ ਵਿੱਚ, ਠੀਕ ਹੈ। ਸੋ ਮਤਲਬ ਕਲਾਸ ਦੇ ਅਕੋਰਡਿੰਗ ਹੀ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਸੋ ਪਹਿਲਾ ਪਾਰਟ ਆਪਣੇ ਕੋਲੇ ਉੱਤਰ ਦੀ ਮਹਾਨ ਪਰਬਤਮਾਲਾ, ਜਿਹਨੂੰ ਗ੍ਰੇਟ ਹਿਮਾਲਿਆ ਕਹਿ ਦਿੱਤਾ ਜਾਂਦਾ ਹੈ, ਜੋ ਕਿ ਜੰਮੂ ਕਸ਼ਮੀਰ ਤੋਂ ਸ਼ੁਰੂ ਹੁੰਦਾ ਹੈਗਾ ਗਾ ਅਤੇ ਅਸਾਮ ਤੱਕ ਜਿਹੜਾ ਹੈ ਫੈਲਿਆ ਹੋਇਆ ਹੈਗਾ ਗਾ। ਇਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਮਾਊਂਟਨ ਰੇਂਜ ਮਿਲਦੀਆਂ ਹੈਗੀਆਂ ਨੇਗੀਆਂ ਤੇ ਇਹ ਬਿਲਕੁਲ ਭਾਰਤ ਦੇ ਉੱਤਰ ਡਾਇਰੈਕਸ਼ਨ ਦੇ ਵਿੱਚ ਸਥਿਤ ਹੈਗਾ ਗਾ। ਇਹਦੀ ਆਪਾਂ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਹ ਉੱਤਰ ਦੇ ਵਿੱਚ ਪੱਛਮ ਤੋਂ ਪੂਰਬ ਤੱਕ ਹੈ। ਓਕੇ। ਪੱਛਮ ਦੇ ਵਿੱਚ ਇਹ ਕਸ਼ਮੀਰ ਤੋਂ ਸ਼ੁਰੂ ਹੁੰਦਾ ਹੈਗਾ ਗਾ, ਜੋ ਕਿ ਬਿਲਕੁਲ ਇਸ ਖੇਤਰ ਦੇ ਵਿੱਚ ਸਾਡੇ ਪੈ ਜਾਂਦਾ ਹੈਗਾ ਗਾ ਵੈਸਟਰਨ ਡਾਇਰੈਕਸ਼ਨ ਦੇ ਵਿੱਚ, ਅਤੇ ਪੂਰਬ ਦੇ ਵਿੱਚ ਜਾ ਕੇ ਇਹ ਅਸਮ ਦੇ ਵਿੱਚ ਜਾ ਕੇ ਜਿਹੜਾ ਹੈ ਸਮਾਪਤ ਹੋ ਜਾਂਦਾ ਹੈ। ਅਸਮ ਦੇ ਵਿੱਚ ਜਾ ਕੇ ਇਹ ਸਮਾਪਤ ਹੋ ਜਾਂਦਾ ਹੈਗਾ ਗਾ, ਠੀਕ ਆ। ਤਾਂ ਇਹ ਪੂਰਾ ਇਸ ਦੀ ਜਿਹੜੀ ਆ ਜਾਂਦੀ ਹੈਗੀ ਆ ਜੀ ਲੰਬਾਈ ਇਸ ਤਰੀਕੇ ਦੇ ਨਾਲ। ਓਕੇ। ਇਹਨੂੰ ਗ੍ਰੇਟ ਹਿਮਾਲਿਆ ਵੀ ਕਹਿ ਦਿੱਤਾ ਜਾਂਦਾ ਹੈਗਾ ਗਾ। ਇਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਬਾਉਂਡਰੀਜ਼ ਬਣਾਈਆਂ ਹੋਈਆਂ ਨੇਗੀਆਂ ਉਹ ਅਲੱਗ ਨੇਗੀਆਂ। ਇਸ ਪਰਬਤਮਾਲਾ ਦੀ ਜਿਹੜੀ ਉਚਾਈ ਦੀ ਗੱਲ ਕਰੀਏ, ਨਾਰਮਲੀ ਜਿਹੜਾ ਹੈਗਾ ਗਾ ਇਹ 6000 ਮੀਟਰ ਤੋਂ ਅਧਿਕ ਉੱਚੇ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਨੇਗੇ। ਇਸੇ ਨੂੰ ਹੀ ਕਿਹਾ ਜਾਂਦਾ ਹੈ ਗ੍ਰੇਟ ਹਿਮਾਲਿਆ, ਜਿਨ੍ਹਾਂ ਦੀ ਹਾਈਟ 6000 ਮੀਟਰ ਤੋਂ ਉੱਚੀ ਹੈਗੀ ਹੈਗੀ। ਤੇ ਇਹਨੂੰ ਲੈ ਕੇ ਇੱਕ ਸਵਾਲ ਹੋਰ ਆਉਂਦਾ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਕਿਹੜੇ ਮਾਊਂਟੇਨ ਜਿਹੜੇ ਹੈਗੇ ਅੱਗੇ ਵਲਨ ਮਾਊਂਟੇਨ ਨੇਗੇ ਜਾਂ ਫੋਲਡ ਮਾਊਂਟੇਨ ਨੇ, ਉਹ ਹੈ ਜੀ ਹਿਮਾਲਿਆ ਪਰਬਤ। ਓਕੇ। ਵਲਨ ਪਰਬਤ ਕਿਹਾ ਜਾਂਦਾ ਇਹਨਾਂ ਨੂੰ, ਯਾਨੀ ਕਿ ਇੰਗਲਿਸ਼ ਦੇ ਵਿੱਚ ਫੋਲਡ ਮਾਊਂਟੇਨ ਕਿਹਾ ਜਾਂਦਾ ਹੈ। ਫੋਲਡ ਮਾਊਂਟੇਨ ਦਾ ਮਤਲਬ ਕੀ ਹੈ ਕਿ ਇਹ ਜਿਹੜੀ ਸਾਡੇ ਭਾਰਤ ਦੀ ਜਿਹੜੀ ਪਲੇਟ ਹੈਗੀ ਇਹ ਏਸ਼ੀਆ ਦੇ ਨਾਲ ਟਕਰਾਈ ਸੀਗੀ ਤੇ ਟਕਰਾਉਣ ਦੇ ਨਾਲ ਜਿਹੜਾ ਹੈਗਾ ਗਾ ਇਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵਲਨ ਪੈ ਗਏ ਨੇ, ਜਾਣੀ ਕਿ ਇਹ ਮੋੜ ਬਣ ਗਏ ਨੇਗੇ। ਜਿਵੇਂ ਕਿਸੇ ਚੀਜ਼ ਨੂੰ ਆਪਾਂ ਇਕੱਠੀ ਕਰ ਦਿੰਦੇ ਹੁੰਦੇ ਹੈਗੇ, ਲਾਈਕ ਉਸ ਤਰੀਕੇ ਦੇ ਨਾਲ ਇਹਦੇ ਵਿੱਚ ਵਲਣ ਪੈ ਗਏ ਨੇਗੇ ਤੇ ਇਹਦੇ ਵਿੱਚ ਇਹ ਵਲਣ ਹੋਰ ਵੀ ਪੈਂਦੇ ਜਾ ਰਹੇ ਆ, ਕਿਉਂਕਿ ਸਾਡਾ ਭਾਰਤ ਜਿਹੜਾ ਹੈ ਉਹ ਏਸ਼ੀਆ ਨੂੰ ਦਿਨ ਬ ਦਿਨ ਜਿਹੜਾ ਹੈਗਾ ਬਈ ਹੋਰ ਫੋਰਸ ਕਰਕੇ ਚੀਨ ਦੇ ਵਿੱਚ ਧੱਸਣ ਦੀ ਕੋਸ਼ਿਸ਼ ਕਰ ਰਿਹਾ ਜਾਂ ਏਸ਼ੀਆ ਕੰਟੀਨੈਂਟ ਦੇ ਵਿੱਚ ਧੱਸਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਗਾ। ਓਕੇ। ਇਹ ਆਪਾਂ ਪਹਿਲਾਂ ਵਾਲੇ ਕਲਾਸ ਦੇ ਵਿੱਚ ਜਿਹੜਾ ਹੈ ਉਹ ਡਿਸਕਸ ਕੀਤਾ ਸੀਗਾ। ਓਕੇ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈਗੀ ਹੈ, ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਫੈਲਿਆ ਹੋਇਆ ਹੈ, ਕਿਹੜਾ ਰਾਜ ਇਸ ਦੀ ਜਿਹੜੀ ਹੈ ਪੂਰਬੀ ਹੱਦ ਹੈ, ਕਿਹੜਾ ਇਸ ਦੀ ਪੱਛਮੀ ਹੈਗਾ ਗਾ, ਅਤੇ ਇਹਨੂੰ ਕਿਹੜੇ ਪਰਬਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਸ ਟਾਈਪ ਦੇ ਵਿੱਚ ਆਉਂਦਾ ਹੈਗਾ ਗਾ, ਤੇ 6000 ਮੀਟਰ ਤੋਂ ਉੱਚਾ ਇਹ ਪਰਬਤ ਪਾਇਆ ਜਾਂਦਾ ਹੈ। ਇਹਦੀਆਂ ਕੁਝ ਪਰਬਤ ਲੜੀਆਂ ਜਿਹੜੀਆਂ ਖਾਸ ਤੌਰ ਦੇ ਉੱਪਰ ਤੁਹਾਨੂੰ ਵੈਸੇ ਐਗਜ਼ਾਮ ਦੇ ਵਿੱਚ ਆਉਂਦੇ ਵੈਸੇ ਆਪਣੇ ਇਸ ਕਲਾਸ ਦੇ ਵਿੱਚ ਮੈਂਸ਼ਨ ਨਹੀਂ ਹੈਗੀਆਂ, ਜਿਵੇਂ ਕਿ ਕਰਾਕੋਰਮ ਪਰਬਤ ਸ਼੍ਰੇਣੀ, ਇਹ ਭਾਰਤ ਦੇ ਬਿਲਕੁਲ ਉੱਤਰ ਦੇ ਵਿੱਚ ਸਥਿਤ ਹੈ। ਇਸ ਤੋਂ ਬਾਅਦ ਸਾਡੇ ਭਾਰਤ ਦੀ ਬਾਉਂਡਰੀ ਜਿਹੜੀ ਆ ਉਹ ਖਤਮ ਹੋ ਜਾਂਦੀ ਹੈਗੀ ਆ, ਕਰਾਕੋਰਮ ਪਰਬਤ ਸ਼੍ਰੇਣੀ। ਦੂਸਰੀ ਇਸ ਦੇ ਨੀਚੇ ਆ ਜਾਂਦੀ ਹੈਗੀ ਆ ਲਦਾਖ ਵਾਲੀ ਜਿਹੜੀ ਹੈ ਪਰਬਤ ਸ਼੍ਰੇਣੀ, ਜਿਹਨੂੰ ਕਿ ਲਦਾਖ ਰੇਂਜ ਕਹਿ ਦਿੰਦੇ ਹੈਗੇ। ਇਸ ਤੋਂ ਬਾਅਦ ਤੀਸਰੀ ਜਿਹੜੀ ਇਸ ਦੇ ਵਿੱਚ ਆਉਂਦੀ ਹੈਗੀ ਆ ਉਹ ਜਾਸਕਰ ਰੇਂਜ ਆ ਜਾਂਦੀ ਹੈਗੀ। ਜਾਸਕਰ ਰੇਂਜ ਤੋਂ ਬਾਅਦ ਲਾਸਟ ਦੇ ਬਿਲਕੁਲ ਸਾਡੇ ਭਾਰਤ ਦੇ ਵਿੱਚ ਜਿਹੜੀ ਮਾਊਂਟਨ ਰੇਂਜ ਜਿੱਥੇ ਸਮਾਪਤ ਹੁੰਦੀ ਆ ਉਹਨੂੰ ਸ਼ਿਵਾਲਿਕ ਰੇਂਜ ਕਹਿ ਦਿੰਦੇ ਹੈਗੇ ਆ। ਇੱਥੇ ਹਿਮਾਲਿਆ ਦੀ ਜਿਹੜੀ ਮੇਨ ਬ੍ਰਾਂਚ ਹੈਗੀ ਉਹ ਖਤਮ ਹੋ ਜਾਂਦੀ ਹੈਗੀ ਆ ਸ਼ਿਵਾਲਿਕ। ਇਹ ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈਗੀ। ਓਕੇ। ਹਾਂਜੀ। ਹਿਮਾਲਿਆ ਪਰਬਤ ਬਾਰੇ ਪੜ੍ਹ ਰਹੇ ਹਾਂ, ਗ੍ਰੇਟ ਹਿਮਾਲਿਆ ਦੇ ਬਾਰੇ ਗੱਲ ਕਰ ਰਹੇ ਹਾਂ, ਤਾਂ ਇਹ ਹੋ ਨਹੀਂ ਸਕਦਾ ਕਿ ਆਪਾਂ ਉਸ ਦੀ ਸਭ ਤੋਂ ਉੱਚੀ ਚੋਟੀ ਬਾਰੇ ਨਾ ਪੜ੍ਹੀਏ, ਕਿਉਂਕਿ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਜਾਂ ਸੰਸਾਰ ਦਾ ਸਭ ਤੋਂ ਉੱਚਾ ਪਰਬਤ ਸ਼੍ਰੇਣੀ ਜਿਹੜੀ ਉਹ ਹਿਮਾਲਿਆ ਪਰਬਤ ਹੈ, ਤੇ ਉਹਦੇ ਉੱਪਰ ਇੱਕ ਪੁਆਇੰਟ ਪਾਇਆ ਜਾਂਦਾ ਹੈ ਜਿਹੜਾ ਕਿ ਹਿਮਾਲਿਆ ਦੇ ਨਾਲੋਂ ਸਭ ਤੋਂ ਉੱਚਾ ਪੁਆਇੰਟ ਹੈਗਾ ਗਾ, ਉਹਨੂੰ ਕਹਿ ਦਿੰਦੇ ਹੁੰਦੇ ਆਪਾਂ ਚੋਟੀ। ਠੀਕ ਹੈ, ਇੱਥੇ ਤੁਸੀਂ ਯਾਦ ਰੱਖਣਾ ਹੈ। ਤੇ ਜੇਕਰ ਤੁਹਾਨੂੰ ਸ਼੍ਰੇਣੀ ਪੁੱਛ ਲੈਂਦੇ ਆ ਸੰਸਾਰ ਦੀ, ਫਿਰ ਤਾਂ ਤੁਸੀਂ ਹਿਮਾਲਿਆ ਵਾਲਾ ਜਿਹੜਾ ਹੈ ਉਸ ਪੁਆਇੰਟ ਨੂੰ ਚੁਣੋਗੇ, ਪਰ ਜੇਕਰ ਤੁਹਾਨੂੰ ਚੋਟੀ ਪੁੱਛ ਲੈਂਦੇ ਹੈਗੇ ਅੱਗੇ, ਪੀਕ ਪੁੱਛ
ਲੈਂਦੇ ਹੈਗੇ ਕਿ ਫਿਰ ਤੁਸੀਂ ਮਾਊਂਟ ਐਵਰੈਸਟ ਨੂੰ ਚੁਣੋਗੇ, ਕਿਉਂਕਿ ਇਹ ਮਾਊਂਟ ਐਵਰੈਸਟ ਹੀ ਹੈਗੀ ਜਿਹੜੀ ਕਿ ਦੁਨੀਆ ਦਾ ਸਭ ਤੋਂ ਉੱਚਾ ਪੁਆਇੰਟ ਹੈ। 8848 ਮੀਟਰ ਇਹ ਉੱਚਾ ਹੈ। ਨੇਪਾਲ ਦੇਸ਼ ਦੇ ਵਿੱਚ ਇਹ ਮੌਜੂਦ ਹੈ, ਨਾ ਕਿ ਸਾਡੇ ਭਾਰਤ ਦੇ ਵਿੱਚ। ਠੀਕ ਹੈ, ਇਹ ਯਾਦ ਰੱਖਿਓ ਵੀ ਮਾਊਂਟ ਐਵਰੈਸਟ ਜਿਹੜੀ ਹੈਗੀ ਆ 8848 ਮੀਟਰ ਹੈ ਤੇ ਨੇਪਾਲ ਦੇ ਵਿੱਚ ਇਹ ਸਥਿਤ ਹੈਗੀ। ਸਭ ਤੋਂ ਉੱਚੀ ਚੋਟੀ ਹੈਗੀ ਇਹ ਸੰਸਾਰ ਦੀ। ਓਕੇ, ਸਭ ਤੋਂ ਉੱਚੀ ਚੋਟੀ ਹੈਗੀ ਮਾਊਂਟ ਐਵਰੈਸਟ। ਦੂਸਰੀ ਚੋਟੀ ਹੈ ਜੀ ਸੰਸਾਰ ਦੀ ਉੱਚੀ K2 ਗੋਡਵਿਨ। ਇਹ ਸਾਡੇ ਭਾਰਤ ਦੇ ਵਿੱਚ ਮੌਜੂਦ ਹੈਗੀ ਕਿ ਇਸ ਨੂੰ ਗੋਡਵਿਨ ਆਸਟਨ ਵੀ ਕਹਿ ਦਿੰਦੇ ਆ ਤੇ K2 ਵੀ ਕਹਿ ਦਿੰਦੇ ਹੈਗੇ ਆ। ਭਾਰਤ ਦੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਸਥਿਤ ਹੈਗੀ ਕਿ ਤਕਰੀਬਨ 8611 ਮੀਟਰ ਇਸ ਦੀ ਹਾਈਟ ਹੈਗੀ। ਇਹ ਸੰਸਾਰ ਦੀ ਦੂਜੀ ਚੋਟੀ ਹੈ ਤੇ ਭਾਰਤ ਦੀ ਸਭ ਤੋਂ ਪਹਿਲੀ ਉੱਚੀ ਚੋਟੀ ਹੈਗੀ ਇਹ ਇਸ ਦੇ ਵਿੱਚ ਐਡ ਕੀਤੀ ਗਈ ਹੈ। ਤੀਸਰੀ ਸਭ ਤੋਂ ਉੱਚੀ ਚੋਟੀ ਆ ਜਾਂਦੀ ਹੈ ਸੰਸਾਰ ਦੀ ਜੀ ਕੰਚਨਜੰਗਾ, ਜਿਹੜੀ ਕਿ 8598 ਮੀਟਰ ਹੈਗੀ। ਇਹ ਸਿੱਕਮ ਰਾਜ ਦੇ ਵਿੱਚ ਸਥਿਤ ਹੈ ਤੇ ਭਾਰਤ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਹੈਗਾ। ਓਕੇ, ਇਹ ਤਿੰਨ ਜਿਹੜੀਆਂ ਚੋਟੀਆਂ ਨੇ ਜੋ ਤੁਸੀਂ ਯਾਦ ਰੱਖਣੀਆਂ ਨੇ, ਜੋ ਹਿਮਾਲਿਆ ਪਰਬਤ ਦੇ ਉੱਪਰ ਸਥਿਤ ਨੇਗੀਆਂ, ਇਹਨਾਂ ਦੇ ਵਿੱਚੋਂ ਇੱਕ ਵਿਸ਼ਵ ਦੇ ਵਿੱਚ ਐਡ ਕੀਤੀ ਜਾਂਦੀ ਹੈਗੀ, ਦੂਸਰੀਆਂ ਦੋ ਭਾਰਤ ਦੇ ਵਿੱਚ ਵੀ ਆ ਜਾਂਦੀਆਂ ਹੈਗੀਆਂ ਨੇ, ਕਿਉਂਕਿ K2 ਗੋਡਵਿਨ ਇਸ ਜਿਹੜੀ ਹੈਗੀ ਇਹ ਇੰਡੀਆ ਲੈਵਲ ਦੇ ਉੱਪਰ ਸਭ ਤੋਂ ਉੱਚੀ ਚੋਟੀ ਆ ਜਾਂਦੀ ਹੈਗੀ ਅਤੇ ਇਸ ਤੋਂ ਇਲਾਵਾ ਕੰਚਨਜੰਗਾ ਜਿਹੜੀ ਹੈਗੀ ਇਹ ਦੂਸਰੀ ਸਭ ਤੋਂ ਉੱਚੀ ਚੋਟੀ ਆ ਜਾਂਦੀ ਹੈ ਭਾਰਤ ਦੀ। ਠੀਕ ਹੈ, ਅਤੇ ਤੀਸਰੀ ਜਿਹੜੀ ਭਾਰਤ ਦੀ ਉੱਚੀ ਚੋਟੀ ਆਉਂਦੀ ਹੈ ਉਹ ਨੰਦਾ ਦੇਵੀ ਆ ਜਾਂਦੀ ਹੈ, ਜੋ ਕਿ ਤੀਸਰਿਆਂ ਦੇ ਵਿੱਚ ਐਡ ਕੀਤੀ ਜਾਂਦੀ ਹੈਗੀ ਹੈ। ਇਸ ਤੋਂ ਇਲਾਵਾ ਹਿਮਾਲਿਆ ਪਰਬਤ ਦੇ ਉੱਪਰ ਜਿਹੜਾ ਹੈ ਗਲੇਸ਼ੀਅਰ ਵੀ ਦੇਖਣ ਨੂੰ ਮਿਲਦੇ ਆ ਦੋ, ਜਿਹੜੇ ਕਿ ਗੰਗੋਤਰੀ ਤੇ ਯਮਨੋਤਰੀ ਦੇ ਨਾਮ ਨਾਲ ਮਸ਼ਹੂਰ ਹੈਗੇ ਨੇ। ਗੰਗੋਤਰੀ ਤੇ ਯਮਨੋਤਰੀ ਗਲੇਸ਼ੀਅਰ ਜਿਹੜੇ ਹੈਗੇ ਇਹ ਗੰਗਾ ਤੇ ਯਮੁਨਾ ਦਰਿਆਵਾਂ ਦੇ ਓਰੀਜਨ ਸਥਾਨ ਮੰਨੇ ਜਾਂਦੇ ਆ, ਕਿਉਂਕਿ ਗੰਗਾ ਤੇ ਯਮੁਨਾ ਇਹਨਾਂ ਦੋਨਾਂ ਗਲੇਸ਼ੀਅਰਾਂ ਤੋਂ ਨਿਕਲ ਕੇ ਸਾਡੇ ਭਾਰਤ ਦੇ ਵਿੱਚ ਐਡ ਹੁੰਦੀਆਂ ਨੇ, ਯਾਨੀ ਕਿ ਦੋ ਵੱਡੀਆਂ ਨਦੀਆਂ ਜਿਹੜੀਆਂ ਭਾਰਤ ਦੀਆਂ ਨੇਗੀਆਂ, ਇਹਨਾਂ ਦੇ ਲਈ ਇਹ ਦੋ ਗਲੇਸ਼ੀਅਰ ਰਿਸਪੌਂਸੀਬਲ ਹੈਗੇ ਨੇਗੇ। ਓਕੇ, ਪਰਬਤਮਾਲਾ ਦੇ ਦੇਸ਼ ਦੀ ਜਿਹੜੀ ਉੱਤਰੀ ਸੀਮਾ ਹੈਗੀ ਭਾਰਤ ਜੇਕਰ ਆਪਾਂ ਗੱਲ ਕਰੀਏ ਉਹ ਕਾਰਾਕੋਰਮ ਪਰਬਤ ਸ਼੍ਰੇਣੀ ਸੀ, ਜੋ ਤੁਹਾਨੂੰ ਮੈਂ ਉਸ ਟਾਈਮ ਦੇ ਉੱਪਰ ਵੀ ਦੱਸਿਆ ਸੀਗਾ। ਇਸ ਤੋਂ ਇਲਾਵਾ ਵੱਡੇ ਬਰਫ਼ ਦੇ ਤੋਂਦੇ ਇਹ ਉਹ ਖੇਤਰ ਹੁੰਦੇ ਹੈਗੇ ਜਿਹੜੇ ਕਿ ਨਦੀਆਂ ਦੇ ਰੂਪ ਦੇ ਵਿੱਚ ਹੁੰਦੇ ਆ, ਪਰ ਸ਼ੇਪ ਇਹਨਾਂ ਦੀ ਬਰਫ਼ ਵਰਗੀ ਹੁੰਦੀ ਆ, ਬੜੇ ਸਲੋ ਚੱਲਦੇ ਹੈਗੇ ਕਿਉਂਕਿ ਇਹਨਾਂ ਦਾ ਜਿਹੜਾ ਖੇਤਰ ਹੁੰਦਾ ਹੈ ਉਹ ਬਰਫ਼ ਵਾਲਾ ਹੁੰਦਾ ਹੈਗਾ। ਸੋ ਇਹ ਚੀਜ਼ ਸਾਈਚੀਨ ਤੇ ਬਲਟੋਰੋ ਜਿਹੜੇ ਹੈਗੇ ਇਹ ਦੋ ਬਰਫ਼ ਦੇ ਵੱਡੇ ਤੋਂਦੇ ਪਾਏ ਜਾਂਦੇ ਆ, ਜੋ ਕਿ ਸਾਡੇ ਭਾਰਤ ਦੇ ਉੱਤਰ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ। ਠੀਕ ਹੈ, ਕਾਰਾਕੋਰਮ ਪਰਬਤ ਸ਼੍ਰੇਣੀ ਅੱਜ ਤੁਹਾਨੂੰ ਦੱਸਿਆ ਸੀ ਮੈਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈਗੀ ਇਹ ਸਾਡੇ ਭਾਰਤ ਦੀ ਬਿਲਕੁਲ ਉੱਤਰੀ ਬਾਉਂਡਰੀ ਹੈ। ਇੱਥੇ ਸਾਡਾ ਆਖਰੀ ਇਹ ਰੇਂਜ ਦੇਖਣ ਨੂੰ ਮਿਲਦੀ ਹੈ। ਸਾਊਥ ਦੇ ਵਿੱਚ ਪਰਬਤ ਦੀ ਜਿਹੜੀ ਆਪਣੇ ਹਿਮਾਲਿਆ ਦੀ ਰੇਂਜ ਆਉਂਦੀ ਹੈ ਉਹ ਸ਼ਿਵਾਲਿਕ ਰੇਂਜ ਆਉਂਦੀ ਹੈ, ਜੋ ਕਿ ਪੰਜਾਬ ਦੇ ਵਿੱਚ ਸਥਿਤ ਹੈਗੀ। ਓਕੇ, ਸੋ ਇਹ ਪ੍ਰਮੁੱਖ ਚੀਜ਼ਾਂ ਨੇ ਕਿ ਜੋ ਤੁਸੀਂ ਭਾਰਤ ਦੀਆਂ ਬੇਸਿਕ ਜਿਹੀਆਂ ਚੀਜ਼ਾਂ ਯਾਦ ਰੱਖਣੀਆਂ ਨੇ। ਲਗਭਗ ਮਾਊਂਟ ਐਵਰੈਸਟ ਨੂੰ ਲੈ ਕੇ, K2 ਗੋਡਵਿਨ ਆਸਟਨ ਨੂੰ ਲੈ ਕੇ ਤੇ ਕੰਚਨਜੰਗਾ ਨੂੰ ਲੈ ਕੇ ਤੇ ਕਾਰਾਕੋਰਮ ਪਰਬਤ ਸ਼੍ਰੇਣੀ ਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਆਉਂਦੇ ਹੈਗੇ ਨੇ। ਸੋ ਇਸ ਲਈ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਠੀਕ ਹੈ, ਮੈਂ ਮੈਪ ਦੇ ਉੱਪਰ ਵੀ ਤੁਹਾਨੂੰ ਇੱਕ ਵਾਰ ਜਿਹੜਾ ਹੈ ਐਡ ਕਰਵਾ ਦਿੰਦਾ ਹਾਂ। ਸੋ ਮਾਊਂਟ ਐਵਰੈਸਟ ਜਿਹੜੀ ਹੈ ਉਹ ਨੇਪਾਲ ਦੇ ਵਿੱਚ ਪੈਂਦੀ ਹੈਗੀ ਹੈ ਜੀ, ਮਾਊਂਟ ਐਵਰੈਸਟ। ਠੀਕ ਹੈ, ਇਹ ਨੇਪਾਲ ਦੇ ਵਿੱਚ ਪੈਂਦੀ ਹੈਗੀ ਆ। ਕੰਚਨਜੰਗਾ ਜਿਹੜੀ ਹੈ ਇਹ ਸਿੱਕਮ ਦੇ ਵਿੱਚ ਪੈ ਜਾਂਦੀ ਹੈਗੀ ਹੈ ਜੀ, ਇੱਥੇ ਤੁਸੀਂ ਦੇਖ ਸਕਦੇ ਹੈਗੇ ਹੋਗੇ ਕੰਚਨਜੰਗਾ। ਓਕੇ, ਤਾਂ ਕਿ ਤੁਸੀਂ ਮੈਪ ਦੇ ਵਿੱਚ ਵੀ ਇਸ ਨੂੰ ਫਾਈਂਡ ਕਰ ਸਕੋ। ਇਸ ਤੋਂ ਇਲਾਵਾ ਆ ਜਾਂਦੀ ਹੈ ਜੀ K2 ਗੋਡਵਿਨ ਆਸਟਨ। ਸੋ ਇਹ ਇਸ ਖੇਤਰ ਦੇ ਵਿੱਚ ਪੈ ਜਾਂਦੀ ਹੈਗੀ K2 ਗੋਡਵਿਨ ਆਸਟਨ। ਇਹ ਤਿੰਨ ਪਰਬਤ ਲੜੀਆਂ ਤੁਸੀਂ ਯਾਦ ਰੱਖਣੀਆਂ ਨੇਗੀਆਂ। ਠੀਕ ਹੈ, ਸੌਰੀ ਦੂਸਰੀ ਔਰ ਇਹ ਤੀਸਰੀ ਕੰਚਨਜੰਗਾ, ਇਹ ਤਿੰਨ ਪਰਬਤ ਲੜੀਆਂ ਤੁਸੀਂ ਯਾਦ ਰੱਖਣੀਆਂ ਨੇ। ਇਸ ਤੋਂ ਇਲਾਵਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਪਰਬਤ ਸ਼੍ਰੇਣੀ ਆ ਜਾਂਦੀ ਆ ਉਹ ਹਿਮਾਲਿਆ ਪਰਬਤ ਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਹੈ ਜੀ ਕੁਛ ਇਹਨਾਂ ਦੇ ਹੋਰ ਆਪਾਂ ਡਿਟੇਲ ਦੇ ਵਿੱਚ ਹਿਮਾਲਿਆ ਪਰਬਤ ਦੇ ਹਿੱਸੇ ਜਿਹੜੇ ਉਹਨਾਂ ਨੂੰ ਡਿਸਕਸ ਕਰਨ ਲੱਗੇ। ਸੋ ਕਾਰਾਕੋਰਮ ਪਰਬਤ ਸ਼੍ਰੇਣੀ ਬਿਲਕੁਲ ਉੱਤਰ ਦੇ ਵਿੱਚ ਪੈ ਜਾਂਦੀ ਹੈਗੀ ਆ। K2 ਜਿਹੜੀ ਕਿ ਸਾਡੇ ਭਾਰਤ ਦੀ ਸਭ ਤੋਂ ਉੱਚੀ ਤੇ ਦੁਨੀਆ ਦੀ ਦੂਜੀ ਉੱਚੀ ਚੋਟੀ ਆ ਜਾਂਦੀ ਹੈ। ਇਸ ਤੋਂ ਨੀਚੇ ਲਦਾਖ ਰੇਂਜ ਆ ਜਾਂਦੀ ਹੈਗੀ। ਲਦਾਖ ਰੇਂਜ ਤੋਂ ਨੀਚੇ ਜਾਸਕਰ ਰੇਂਜ ਆ ਜਾਂਦੀ ਹੈਗੀ। ਜਾਸਕਰ ਰੇਂਜ ਤੋਂ ਬਾਅਦ ਜਿਹੜਾ ਹੈ ਸ਼ਿਵਾਲਿਕ ਰੇਂਜ ਆ ਜਾਂਦੀ ਹੈ, ਜੋ ਸਾਡੇ ਪੰਜਾਬ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਆ। ਪੂਰਾ ਜਿਹੜੀ ਪਰਬਤ ਸ਼੍ਰੇਣੀ ਆ ਜਿਹੜੀ ਕਿ ਉੱਚੀ ਹੈ ਇਹਨੂੰ ਕਿਹਾ ਜਾਂਦਾ ਹੈ ਗ੍ਰੇਟ ਹਿਮਾਲਿਆ। ਸਿੱਕਮ ਦੇ ਵਿੱਚ ਆਪਾਂ ਦੇਖਿਆ ਹੈ ਕੰਚਨਜੰਗਾ ਪੈ ਗਈ ਸੀਗੀ, ਉਸੇ ਤਰੀਕੇ ਦੇ ਨਾਲ ਨੇਪਾਲ ਦੇ ਵਿੱਚ ਜਿਹੜੀ ਹੈ ਮਾਊਂਟ ਐਵਰੈਸਟ ਪੈ ਗਈ ਸੀਗੀ। ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹੈਗੇ। ਓਕੇ, ਬਾਕੀ ਦੇ ਪਾਰਟ ਆਪਣੇ ਇਸ ਪਾਰਟ ਦੇ ਵਿੱਚ ਨਹੀਂ ਹੈਗੇ, ਇਸ ਕਰਕੇ ਆਪਾਂ ਉਹਨੂੰ ਇਸ ਦੇ ਵਿੱਚ ਐਡ ਨਹੀਂ ਕਰਾਂਗੇ, ਬਾਕੀ ਕਲਾਸ ਦੇ ਵਿੱਚ ਐਡ ਕਰਾਂਗੇ। ਨੈਕਸਟ ਹੈ ਜੀ ਅਗਲਾ ਹਿਮਾਲਿਆ ਦੀ ਦੂਸਰੀ ਪਰਬਤ ਸ਼੍ਰੇਣੀ। ਹਿਮਾਲਿਆ ਦੀ ਦੂਸਰੀ ਪਰਬਤ ਸ਼੍ਰੇਣੀ ਜਿਹੜੀ ਹੈ ਇਹਦੀ ਹਾਈਟ ਹੈਗੀ 4000 ਤੋਂ ਲੈ ਕੇ 4500 ਮੀਟਰ ਦੇ ਕਰੀਬ। 4000 ਤੋਂ ਲੈ ਕੇ 4500 ਮੀਟਰ ਦੇ ਕਰੀਬ ਜਿਹੜੀ ਹੈ ਇਸ ਦੀ ਹਾਈਟ ਪਾਈ ਜਾਂਦੀ ਹੈਗੀ। ਅਤੇ ਇਸ ਦੇ ਵਿੱਚ ਪ੍ਰਮੁੱਖ ਖੇਤਰ ਜਿਹੜੇ ਹੈਗੇ ਨੇ ਜਿਵੇਂ ਕਿ ਡਲਹੌਜੀ, ਧਰਮਸ਼ਾਲਾ, ਸ਼ਿਮਲਾ, ਮਸੂਰੀ, ਨੈਨੀਤਾਲ ਤੇ ਦਾਰਜਲਿੰਗ ਦੇ ਖੇਤਰ ਆ ਜਿਹੜੇ ਉਹ ਸ਼ਾਮਲ ਹੈਗੇ ਨੇਗੇ, ਕਿਉਂਕਿ ਇਹ ਜ਼ਿਆਦਾ ਹਾਈਟ ਦੇ ਉੱਪਰ ਸਥਿਤ ਹੈਗੇ ਨੇ ਤੇ ਇੱਥੇ ਅਕਸਰ ਲੋਕ ਜਿਹੜੇ ਹੈਗੇ ਟੂਰਿਸਟ ਪਲੇਸ ਦੇ ਤੌਰ ਦੇ ਉੱਪਰ ਜਾਂਦੇ ਰਹਿੰਦੇ ਹੈਗੇ। ਓਕੇ,
ਨੈਕਸਟ ਹੈ ਜੀ ਤੀਸਰੀ ਸ਼੍ਰੇਣੀ। ਤੀਸਰੀ ਸ਼੍ਰੇਣੀ ਉਹ ਆ ਜਾਂਦੀ ਹੈ ਜਿਨ੍ਹਾਂ ਦੀ ਹਾਈਟ ਜਿਹੜੀ ਹੈ 1000 ਤੋਂ ਲੈ ਕੇ 12000 ਮੀਟਰ ਦੇ ਕਰੀਬ ਪਾਈ ਜਾਂਦੀ ਹੈਗੀ ਅਤੇ ਇਹ ਹਿਮਾਲਿਆ ਦੇ ਬਿਲਕੁਲ ਸਾਊਥ ਦੇ ਵਿੱਚ ਹੈ, ਜਾਣੀ ਕਿ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਹਿਮਾਲਿਆ ਪਰਬਤ ਦਾ ਖੇਤਰ ਜਿਹੜਾ ਉਹ ਖਤਮ ਹੋ ਜਾਂਦਾ ਹੈ। ਇਹ ਆਖਰੀ ਪੁਆਇੰਟ ਹੁੰਦਾ ਹੈ ਹਿਮਾਲਿਆ ਦਾ। ਇੱਥੇ ਇਸ ਖੇਤਰ ਦੇ ਵਿੱਚ ਕੁਝ ਤੰਗ ਘਾਟੀਆਂ ਪਾਈਆਂ ਜਾਂਦੀਆਂ ਨੇਗੀਆਂ, ਜਿਹੜੀਆਂ ਕਿ ਨਦੀਆਂ ਦੇ ਦੁਆਰਾ ਤੇ ਪਹਾੜਾਂ ਦੇ ਦੁਆਰਾ ਕ੍ਰੀਏਟ ਕੀਤੀਆਂ ਜਾਂਦੀਆਂ ਹੈਗੀਆਂ ਨੇਗੀਆਂ। ਇਹਨਾਂ ਤੰਗ ਘਾਟੀਆਂ ਨੂੰ ਜਿਹੜਾ ਨਾਮ ਦਿੱਤਾ ਜਾਂਦਾ ਹੈ ਉਹ ਦੂਨ ਦਿੱਤਾ ਜਾਂਦਾ ਹੈ, ਤੇ ਦੂਨ ਦੇ ਆਧਾਰ ਦੇ ਉੱਪਰ ਹੀ ਇੱਕ ਸ਼ਹਿਰ ਜਿਹੜਾ ਹੈ ਬਣਿਆ ਹੋਇਆ ਹੈਗਾ ਉੱਤਰਾਖੰਡ ਦੇ ਵਿੱਚ, ਜਿਹੜੀ ਕਿ ਕੈਪੀਟਲ ਉਸ ਦੀ ਦੇਹਰਾਦੂਨ। ਉਹ ਇਸੇ ਕਰਕੇ ਹੀ ਉਸ ਨੂੰ ਕਿਹਾ ਗਿਆ ਹੈ ਕਿਉਂਕਿ ਉਹ ਤੰਗ ਘਾਟੀਆਂ ਨੇ। ਤੰਗ ਘਾਟੀਆਂ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਯੂ ਸ਼ੇਪ ਵੈਲੀ ਹੋ ਗਿਆ, ਵੀ ਸ਼ੇਪ ਵੈਲੀ ਹੋ ਗਿਆ, ਵਿਚਕਾਰੋਂ ਨਦੀ ਨਿਕਲਦੀ, ਇਹਨਾਂ ਦੇ ਸਾਈਡ ਤੇ ਜਿਹੜੇ ਹੈਗੇ ਮਾਊਂਟੇਨ ਆ ਜਾਂਦੇ ਹੈਗੇ। ਠੀਕ ਹੈ, ਸੋ ਇਸ ਤਰੀਕੇ ਦੀਆਂ ਜਿਹੜੀਆਂ ਸ਼ੇਪਸ ਬਣਦੀਆਂ ਨੇ ਇਹਨਾਂ ਨੂੰ ਆਪਾਂ ਦੂਨ ਘਾਟੀਆਂ ਦੇ ਵਿੱਚ ਰੱਖਦੇ ਹੈਗੇ ਆ ਜਾਂ ਤੰਗ ਘਾਟੀਆਂ ਦੇ ਵਿੱਚ ਸ਼ਾਮਿਲ ਕਰਦੇ ਹੈਗੇ ਆ। ਉਹਨਾਂ ਦੇ ਵਿੱਚੋਂ ਦੇਹਰਾਦੂਨ ਇਸ ਦੀ ਜਿਹੜੀ ਹੈਗੀ ਆ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਆ। ਤਾਂ ਤਿੰਨ ਸ਼੍ਰੇਣੀਆਂ ਆਪਾਂ ਡਿਸਕਸ ਕੀਤੀਆਂ ਨੇ। ਹਿਮਾਲਿਆ ਪਰਬਤ ਦੀ ਪਹਿਲੀ ਸ਼੍ਰੇਣੀ ਸਭ ਤੋਂ ਉੱਚੀ ਹੈਗੀ ਸ਼੍ਰੇਣੀ, ਜਿਸ ਨੂੰ ਕਿ ਗ੍ਰੇਟ ਹਿਮਾਲਿਆ ਕਹਿ ਦਿੰਦੇ ਹੈਗੇ ਆ। ਮੀਟਰਾਂ ਦੇ ਵਿੱਚ ਉਸ ਦੀ ਹਾਈਟ 6000 ਪਲੱਸ ਹੈਗੀ। ਉਸ ਤੋਂ ਨੀਚੇ ਦੂਸਰੀ ਸ਼੍ਰੇਣੀ ਆਉਂਦੀ ਹੈਗੀ ਜਿਸ ਦੀ ਹਾਈਟ ਜਿਹੜੀ ਹੈਗੀ 4000 ਤੋਂ ਲੈ ਕੇ 45000 ਮੀਟਰ ਦੇ ਕਰੀਬ ਹੈਗੀ ਅਤੇ ਤੀਸਰੀ ਸ਼੍ਰੇਣੀ ਜਿਹੜੀ ਹੈ ਉਹ 1000 ਤੋਂ ਲੈ ਕੇ 1200 ਮੀਟਰ ਦੇ ਕਰੀਬ ਪਾਈ ਜਾਂਦੀ ਹੈਗੀ ਹੈ, ਜਿਸ ਦੇ ਵਿੱਚ ਦੇਹਰਾਦੂਨ ਦਾ ਨਾਮ ਸਭ ਤੋਂ ਇੰਪੋਰਟੈਂਟ ਆਉਂਦਾ ਹੈ। ਓਕੇ, ਨੈਕਸਟ ਹੈ ਜੀ ਆਪਣੇ ਕੋਲੇ ਦੂਸਰਾ ਪਾਰਟ। ਦੂਸਰੇ ਪਾਰਟ ਦੇ ਵਿੱਚ ਉੱਤਰ ਦੇ ਮੈਦਾਨ ਆਉਂਦੇ ਹੈਗੇ ਨੇਗੇ, ਪਲੇਨ ਏਰੀਆ ਆਉਂਦੇ ਹੈਗੇ ਜਿੱਥੇ ਕਿ ਬਹੁਤ ਸਾਰੀ ਜਿਹੜੀ ਕਹਿ ਸਕਦੇ ਐਗਰੀਕਲਚਰ ਕੀਤੀ ਜਾਂਦੀ ਹੈ ਤੇ ਪ੍ਰੋਡਕਸ਼ਨ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈਗੀ। ਸੋ ਉੱਤਰੀ ਮੈਦਾਨ ਜਿਹੜੇ ਹੈਗੇ ਆ, ਨਦਨ ਜਿਹੜੇ ਪਲੇਨ ਹੈਗੇ ਨੇਗੇ, ਇਹ ਆ ਸਾਰੇ ਖੇਤਰ ਦੇ ਵਿੱਚ ਪੈਂਦੇ ਹੈਗੇ ਜਿਹੜੇ ਗੰਗਾ ਬ੍ਰਹਮਪੁੱਤਰ ਨਦੀ ਦੇ ਦੁਆਰਾ ਬਣਾਏ ਜਾਂਦੇ ਹੈਗੇ ਆ। ਠੀਕ ਹੈ, ਤੁਸੀਂ ਦੇਖ ਸਕਦੇ ਹੈਗੇ ਹੋ ਨਦਨ ਪਲੇਨ ਹੈ, ਬ੍ਰਹਮਪੁੱਤਰ ਨਦੀ ਦੇ ਦੁਆਰਾ ਵੀ ਜਿਹੜਾ ਹੈ ਇਹਨਾਂ ਪਲੇਨਸ ਨੂੰ ਕ੍ਰੀਏਟ ਕੀਤਾ ਜਾਂਦਾ ਹੈਗਾ, ਜਿਸ ਦੇ ਵਿੱਚ ਪੰਜਾਬ ਆ ਜਾਂਦਾ, ਹਰਿਆਣਾ ਆ ਜਾਂਦਾ ਹੈ, ਹਿਮਾਚਲ ਪ੍ਰਦੇਸ਼ ਆ ਜਾਂਦਾ ਹੈ, ਉੱਤਰ ਪ੍ਰਦੇਸ਼ ਆ ਜਾਂਦਾ ਹੈ, ਬਿਹਾਰ ਆ ਜਾਂਦਾ ਹੈਗਾ। ਓਕੇ, ਅਸਮ ਦੇ ਕੁਝ ਖੇਤਰ ਆ ਜਾਂਦੇ ਹੈਗੇ ਆ। ਸੋ ਇਹ ਸਾਰੇ ਖੇਤਰ ਜਿਹੜੇ ਹੈਗੇ ਆ ਪਲੇਨ ਖੇਤਰ ਨੇਗੇ, ਜਿੱਥੇ ਕਿ ਬਹੁਤ ਸਾਰੀਆਂ ਫਸਲਾਂ ਨੂੰ ਉਗਾਇਆ ਜਾਂਦਾ ਹੈ। ਇਹਨਾਂ ਫਸਲਾਂ ਨੂੰ ਉਗਾਉਣ ਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਕਾਰਨ ਰਹਿੰਦਾ ਉਹ ਰਹਿੰਦਾ ਹੈ ਕਿ ਇਸ ਖੇਤਰ ਦੇ ਵਿੱਚ ਜੋ ਭਾਰਤ ਦੇ ਉੱਤਰ ਦੇ ਮੈਦਾਨ ਨੇ ਉਹਨਾਂ ਦੇ ਵਿੱਚ ਦਰਿਆਵਾਂ ਦੇ ਦੁਆਰਾ ਮਿੱਟੀ ਲਿਆਂਦੀ ਜਾਂਦੀ ਹੈਗੀ ਆ। ਠੀਕ ਹੈ, ਦਰਿਆਵਾਂ ਦੇ ਦੁਆਰਾ ਮਿੱਟੀ ਲਿਆਂਦੀ ਜਾਂਦੀ ਹੈਗੀ ਤੇ ਇਹ ਮਿੱਟੀ ਜਿਹੜੀ ਦਰਿਆਵਾਂ ਤੋਂ ਆਉਂਦੀ ਹੈ ਇਹਦੇ ਵਿੱਚ ਬਹੁਤ ਸਾਰੇ ਮਿਨਰਲਸ ਹੁੰਦੇ ਨੇ, ਜਿਸ ਦੇ ਕਾਰਨ ਕਰਕੇ ਇਹ ਤਕਰੀਬਨ ਪੂਰੇ ਦੇ ਪੂਰੇ ਖੇਤਰ ਦੇ ਵਿੱਚ ਵਿਸ ਜਾਂਦੇ ਆ, ਜਿਸ ਤੋਂ ਬਾਅਦ ਜਦੋਂ ਵੀ ਇੱਥੇ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਉਹਦੇ ਨਾਲ ਉਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ। ਸੋ ਇਹ ਮੇਨ ਕਾਰਨ ਹੈ ਜਿਹਦੇ ਕਾਰਨ ਕਰਕੇ ਇਹ ਉੱਤਰੀ ਮੈਦਾਨ ਜੋ ਕਿ ਦੁਨੀਆ ਦੇ ਵੱਡੇ ਮੈਦਾਨਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਆ, ਉਹਨਾਂ ਦੇ ਲਈ ਇਹ ਸਭ ਤੋਂ ਜ਼ਿਆਦਾ ਹੈਲਪਫੁਲ ਰਹਿੰਦੇ ਹੈਗੇ ਆ। ਜ਼ਿਆਦਾ ਪ੍ਰੋਡਕਸ਼ਨ ਇਹਨਾਂ ਮੈਦਾਨੀ ਖੇਤਰਾਂ ਦੇ ਵਿੱਚ ਹੀ ਹੁੰਦੀ ਹੈਗੀ ਆ। ਇਹ ਮੈਦਾਨੀ ਖੇਤਰਾਂ ਦੀ ਜਿਹੜੀ ਲੰਬਾਈ ਹੈ ਉਹ 2500 ਕਿਲੋਮੀਟਰ ਹੈ ਤਕਰੀਬਨ। ਪੱਛਮ ਤੋਂ ਪੂਰਬ ਤੱਕ ਆਪਾਂ ਗੱਲ ਕਰੀਏ ਤਾਂ ਇੱਥੋਂ ਫੈਲਦੇ ਹੈਗੇ ਨੇਗੇ ਅਤੇ ਇਸ ਖੇਤਰ ਯਾਨੀ ਕਿ ਅਸਮ ਤੱਕ ਵਾਲੇ ਖੇਤਰ ਦੇ ਵਿੱਚ ਚਲੇ ਜਾਂਦੇ ਹੈਗੇ ਆ। ਓਕੇ, ਇਹ ਇੱਕ ਬਹੁਤ ਵੱਡਾ ਜਿਹੜਾ ਵਿਸ਼ਾਲ ਮੈਦਾਨੀ ਖੇਤਰ ਹੈਗਾ ਜੋ ਕਿ ਐਗਰੀਕਲਚਰ ਦੇ ਲਈ ਮਸ਼ਹੂਰ ਹੈਗਾ। ਉੱਤਰ ਦੇ ਮੈਦਾਨਾਂ ਨੂੰ ਅੱਗੇ 4 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈਗਾ। ਪਹਿਲੇ ਪਾਰਟ ਦੇ ਵਿੱਚ ਹੁੰਦਾ ਹੈ ਪੰਜਾਬ ਹਰਿਆਣਾ ਦੇ ਮੈਦਾਨ, ਦੂਸਰੇ ਭਾਗ ਦੇ ਵਿੱਚ ਥਾਰ ਮਾਰੂਥਲ ਦੇ ਮੈਦਾਨ, ਤੀਸਰੇ ਭਾਗ ਦੇ ਵਿੱਚ ਗੰਗਾ ਦੇ ਮੈਦਾਨ, ਚੌਥੇ ਭਾਗ ਦੇ ਵਿੱਚ ਬ੍ਰਹਮਪੁੱਤਰ ਦੇ ਮੈਦਾਨ। ਇਹਨਾਂ ਮੈਦਾਨਾਂ ਨੂੰ ਬਣਾਉਣ ਵਾਲੀਆਂ ਨਦੀਆਂ ਹੀ ਨੇ, ਇਸ ਕਰਕੇ ਇਹਨਾਂ ਦੇ ਨਾਮ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਨਦੀਆਂ ਦੇ ਆਧਾਰ ਦੇ ਉੱਪਰ ਹੀ ਰੱਖੇ ਗਏ ਹੈਗੇ ਨੇਗੇ। ਠੀਕ ਹੈ, 4 ਪਾਰਟ ਨੇ, ਪੰਜਾਬ ਹਰਿਆਣਾ ਦਾ ਮੈਦਾਨ, ਥਾਰ ਮਾਰੂਥਲ ਦਾ ਮੈਦਾਨ, ਗੰਗਾ ਦਾ ਮੈਦਾਨ ਤੇ ਬ੍ਰਹਮਪੁੱਤਰ ਦਾ ਮੈਦਾਨ। ਓਕੇ, ਸੋ ਪਹਿਲਾਂ ਹੁੰਦਾ ਹੈ ਪੰਜਾਬ ਹਰਿਆਣਾ ਦਾ ਮੈਦਾਨ। ਕਿਉਂਕਿ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਆ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਜਿਹੜਾ ਹੈ ਪਤਾ ਹੋਵੇਗਾ। ਸੋ ਇਹ ਉਹ ਮੈਦਾਨ ਨੇਗੇ ਜਿਹੜੇ ਉੱਤਰੀ ਭਾਰਤ ਦੇ ਵਿੱਚ ਪੈਂਦੇ ਹੈਗੇ ਨੇ ਤੇ ਪੰਜਾਬ ਹਰਿਆਣਾ ਦੇ ਜਿਹੜੇ ਮੈਦਾਨ ਨੇਗੇ ਇਹ ਸਤਲੁਜ, ਬਿਆਸ ਤੇ ਰਾਵੀ 3 ਨਦੀਆਂ ਦੇ ਨਿਖੇਪਣ ਦੇ ਦੁਆਰਾ ਬਣਦੇ ਹੈਗੇ ਨੇ, ਡੈਪੋਜੀਸ਼ਨ ਦੇ ਦੁਆਰਾ ਬਣਦੇ ਹੈਗੇ ਨੇ, ਕਿਉਂਕਿ ਇਹਨਾਂ 3 ਦਰਿਆਵਾਂ ਦੇ ਰਾਹੀਂ ਹਿਮਾਲਿਆ ਪਰਬਤ ਤੋਂ ਉਪਜਾਊ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਦੇ ਵਿੱਚ ਨਿਖੇਪ ਕਰ ਦਿੱਤੀ ਜਾਂਦੀ ਹੈ। ਨਿਖੇਪ ਦਾ ਮਤਲਬ ਹੁੰਦਾ ਹੈ ਮਿੱਟੀ ਜਮ੍ਹਾਂ ਕਰ ਦੇਣਾ। ਠੀਕ ਹੈ, ਇਹ ਆਪਾਂ ਅਗਲੇ ਜਿਹੜੇ ਐਪ ਦੇ ਉੱਪਰ ਆਪਣੇ ਸੈਸ਼ਨ ਚੱਲ ਰਹੇ ਉਹਨਾਂ ਦੇ ਵਿੱਚ ਨੂੰ ਬੜੇ ਡੀਪਲੀ ਕੰਸੈਪਟ ਨੂੰ ਆਪਾਂ ਸਮਝਿਆ ਹੋਏਗਾ ਕਿ ਕੀ ਚੀਜ਼ ਹੁੰਦੀ ਹੈ। ਤਾਂ ਇਹਦੇ ਥਰੂ ਕੀ ਹੁੰਦਾ, ਉਹ ਮਿੱਟੀ ਮੈਦਾਨੀ ਖੇਤਰਾਂ ਦੇ ਵਿੱਚ ਆ ਕੇ ਜਮ੍ਹਾਂ ਹੋ ਜਾਂਦੀ ਹੈ, ਜਿਸ ਦੇ ਨਾਲ ਸਾਡੀ ਉਪਜਾਊ ਸ਼ਕਤੀ ਜਿਹੜੀ ਜ਼ਮੀਨ ਦੀ ਆ ਉਹ ਅਧਿਕ ਹੋ ਜਾਂਦੀ ਹੈਗੀ ਆ ਕਿ ਓਕੇ। ਇਹ ਸਭ ਤੋਂ ਪ੍ਰਮੁੱਖ ਇਹ ਹੁੰਦਾ ਹੈਗਾ ਕਿ ਸਾਰੇ ਪੱਧਰੇ ਹੁੰਦੇ ਹੈਗੇ ਨੇਗੇ, ਸਿੰਚਾਈ ਬੜੀ ਆਸਾਨੀ ਦੇ ਨਾਲ ਕੀਤੀ ਜਾ ਸਕਦੀ ਹੈਗੀ ਇੱਥੇ।
ਦਰਿਆਵਾਂ ਦੇ ਪਾਣੀ ਦੇ ਨਾਲ ਇਸ ਨੂੰ ਜਿਹੜਾ ਹੈ ਉਗਾਇਆ ਜਾਂਦਾ ਹੈਗਾ ਕਿ ਇਸ ਖੇਤਰ ਦੇ ਵਿੱਚ। ਇਸ ਤੋਂ ਇਲਾਵਾ ਮਿੱਟੀ ਵੀ ਉਪਜਾਊ ਹੁੰਦੀ ਹੈ, ਜਿਸ ਦੇ ਕਾਰਨ ਕਰਕੇ ਪ੍ਰੋਡਕਸ਼ਨ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈਗੀ ਆ। ਇਹਨਾਂ ਦਰਿਆਵਾਂ ਦੇ ਆਧਾਰ ਦੇ ਉੱਪਰ ਸਤਲੁਜ, ਬਿਆਸ, ਰਾਵੀ ਦੇ ਆਧਾਰ ਦੇ ਉੱਪਰ ਜੇ ਆਪਾਂ ਗੱਲ ਕਰੀਏ, ਇਹਨਾਂ ਦਰਿਆਵਾਂ ਨੂੰ 4 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈਗਾ ਗਾ। ਇਹ 4 ਭਾਗ ਕਿਹੜੇ ਕਿਹੜੇ ਨੇਗੇ ਜੀ? ਸੋ ਇਹ ਵੀ ਆਪਾਂ ਡਿਸਕਸ ਕਰਦੇ ਹੈਗੇ ਆਂਗੇ। ਸੋ ਪੰਜਾਬ ਹਰਿਆਣਾ ਦੇ ਜਿਹੜੇ ਮੈਦਾਨ ਨੇ ਉਹਨਾਂ ਨੂੰ 4 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਮੈਪ ਥੋੜ੍ਹਾ ਜਿਹਾ ਅਲੱਗ ਹੋਊਗਾ ਕਿਉਂਕਿ ਇਹ ਪ੍ਰਾਚੀਨ ਮੈਪ ਹੈਗਾ ਗਾ। ਪ੍ਰਾਚੀਨ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 5 ਜਿਹੜੇ ਆ ਉਹ ਦੁਆਬੇ ਦੇਖਣ ਨੂੰ ਮਿਲਦੇ ਸੀਗੇ, ਪਰ ਅੱਜ ਕੱਲ੍ਹ ਇਹ ਘਟ ਚੁੱਕੇ ਹੈਗੇ ਨੇ। ਠੀਕ ਹੈ, ਇੱਥੇ ਮੈਂ 4 ਦਾ ਜ਼ਿਕਰ ਕਰ ਰਿਹਾ ਹੈਗਾ ਗਾ। ਹਾਂਜੀ, ਪੰਜਾਬ ਹਰਿਆਣਾ ਦੀ, ਕਿਉਂਕਿ ਆਪਾਂ ਪੰਜਾਬ ਹਰਿਆਣਾ ਨੂੰ ਐਡ ਕਰ ਰਹੇ ਹਾਂ, ਇਸ ਦੇ ਵਿੱਚ ਜਿਹੜਾ ਹੈਗਾ ਗਾ ਸਿੰਧ ਸਾਗਰ ਦੇ ਦਰਿਆ ਜਿਹੜੇ ਉਹ ਐਡ ਆਪਾਂ ਨਹੀਂ ਕਰ ਰਹੇ ਹੈਗੇ ਅਤੇ ਨਾ ਹੀ ਇਸ ਦੇ ਵਿੱਚ ਆਪਾਂ ਜੇਹਲਮ ਵਾਲਾ ਖੇਤਰ ਆਹ ਵਾਲਾ ਇਹਦੇ ਵਿੱਚ ਆਪਾਂ ਐਡ ਨਹੀਂ ਕਰ ਰਹੇ ਹੈਗੇ। ਓਕੇ, 4 ਭਾਗ ਜਿਹੜੇ ਸਾਡੇ ਭਾਰਤ ਦੇ ਮੌਜੂਦਾ ਖੇਤਰ ਦੇ ਵਿੱਚ ਮੌਜੂਦ ਨੇ। ਦੁਆਬੇ ਦਾ ਮਤਲਬ ਹੁੰਦਾ ਹੈਗਾ ਗਾ 2 ਦਰਿਆਵਾਂ ਦੇ ਵਿਚਕਾਰਲਾ ਖੇਤਰ। ਦੁਆਬੇ ਦਾ ਮਤਲਬ ਹੁੰਦਾ ਹੈ 2 ਦਰਿਆਵਾਂ ਦੇ ਵਿਚਕਾਰਲਾ ਖੇਤਰ। ਦੁਆਬੇ ਦੀ ਜਿਹੜੀ ਸ਼ੁਰੂਆਤ ਕੀਤੀ ਸੀਗੀ ਇਹ ਅਕਬਰ ਦੇ ਦੁਆਰਾ ਸ਼ੁਰੂ ਕੀਤੀ ਗਈ ਸੀਗੀ। ਅਕਬਰ ਨੇ 2 ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਦੁਆਬੇ ਦਾ ਨਾਮ ਜਿਹੜਾ ਹੈ ਉਹ ਦਿੱਤਾ ਸੀਗਾ। ਉਸ ਸਮੇਂ ਅਕਬਰ ਨੇ 5 ਦੁਆਬੇ ਬਣਾਏ ਸੀਗੇ, ਪਰ ਆਪਾਂ ਗੱਲ ਕਰ ਰਹੇ ਹਾਂ ਸਾਡੇ ਭਾਰਤ ਵਾਲੇ ਪੰਜਾਬ ਦੇ ਵਿੱਚ ਦੀ। ਠੀਕ ਹੈ, ਯਾਨੀ ਕਿ ਪੰਜਾਬ ਹਰਿਆਣਾ ਵਾਲੇ ਖੇਤਰ ਦੀ। ਇਹ ਆਪਾਂ ਪ੍ਰਾਚੀਨ ਦੀ ਗੱਲ ਨਹੀਂ ਕਰ ਰਹੇ, ਬਟ ਮੈਪ ਪੁਰਾਣਾ ਲੱਗਿਆ ਹੋਇਆ ਹੈਗਾ। ਇਸ ਨੂੰ ਤੁਸੀਂ ਵੈਸੇ ਐਜ਼ ਏ ਸਟੱਡੀ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਕਿਉਂਕਿ। ਸੋ ਪਹਿਲਾ ਹੈ ਜੀ ਆਪਣੇ ਕੋਲੇ ਰਾਵੀ ਤੇ ਬਿਆਸ ਦੇ ਵਿਚਕਾਰਲਾ ਖੇਤਰ। ਰਾਵੀ ਤੇ ਬਿਆਸ ਦੇ ਵਿਚਕਾਰਲਾ ਖੇਤਰ ਆ ਦੇਖ ਸਕਦੇ ਹੋ, ਰਾਵੀ ਦਰਿਆ ਜਾਂਦਾ ਹੈ, ਇਸ ਤੋਂ ਬਾਅਦ ਨੀਚੇ ਆਉਂਦਾ ਹੈ ਬਿਆਸ ਦਰਿਆ। ਇਹਦਾ ਜਿਹੜਾ ਵਿਚਕਾਰਲਾ ਖੇਤਰ ਹੈ ਉਹਨੂੰ ਕਿਹਾ ਜਾਂਦਾ ਹੈ ਬਾਰੀ ਦੁਆਬ, ਤੇ ਕਈ ਵਾਰ ਇਸ ਖੇਤਰ ਨੂੰ ਜਿਹੜਾ ਹੈਗਾ ਗਾ ਮਾਝੇ ਦਾ ਖੇਤਰ ਵੀ ਕਹਿ ਦਿੰਦੇ ਹੈਗੇ ਆ। ਮਾਝਾ ਲਗਭਗ ਤੁਸੀਂ ਸਾਰਿਆਂ ਨੇ ਜਿਹੜਾ ਸੁਣਿਆ ਹੋਵੇਗਾ ਸ਼ਬਦ, ਪਰ ਬਾਰੀ ਦੁਆਬ ਵੀ ਇਸ ਨੂੰ ਕਹਿ ਦਿੰਦੇ ਹੈਗੇ ਆ, ਕਿਉਂਕਿ ਬੱਬੇ ਤੇ ਬਿਆਸ ਤੇ ਰਾਰੇ ਤੇ ਰਾਵੀ 2 ਦਰਿਆਵਾਂ ਦੇ ਨਾਮ ਤੋਂ ਜਿਹੜਾ ਹੈ ਇਸ ਨੂੰ ਹੋਂਦ ਦੇ ਵਿੱਚ ਲਿਆਂਦਾ ਗਿਆ ਹੈਗਾ ਗਾ। ਬਾਰੀ ਦਬਾਬ ਜਾਂ ਮੱਝ ਦਾ ਦਬਾਬ ਜਿਹੜਾ ਹੈਗਾ ਗਾ ਇਸ ਨੂੰ ਰਾਵੀ ਤੇ ਬਿਆਸ ਦੇ ਵਿਚਕਾਰ ਜਿਹੜਾ ਸਥਿਤ ਇਲਾਕਾ ਮੰਨਿਆ ਜਾਂਦਾ ਹੈਗਾ ਗਾ। ਦੂਸਰਾ ਜਾਂਦਾ ਹੈ ਜੀ ਬਿਆਸ ਤੇ ਸਤਲੁਜ ਦੇ ਵਿਚਕਾਰਲਾ ਖੇਤਰ। ਇਹਨੂੰ ਕਿਹਾ ਜਾਂਦਾ ਹੈ ਬਿਸਤ ਦਬਾਬ। ਬਿਸਤ ਬੱਬੇ ਤੇ ਮਤਲਬ ਬਿਆਸ, ਸਤ ਤੇ ਮਤਲਬ ਸਤਲੁਜ। 2 ਦਰਿਆਵਾਂ ਦੇ ਸੁਮੇਲ ਦਾ ਜਾਂ 2 ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕਿਹਾ ਜਾਂਦਾ ਹੈਗਾ ਗਾ ਬਿਸਤ ਦਬਾਬ, ਜਾਂ ਪੰਜਾਬ ਦਾ ਨਾਮ ਵੀ ਉਸ ਨੂੰ ਦੇ ਦਿੱਤਾ ਜਾਂਦਾ ਹੈਗਾ ਗਾ ਕਈ ਸਾਰੀਆਂ ਬੁੱਕਸ ਦੇ ਵਿੱਚ। ਵੈਸੇ ਐਗਜ਼ੈਕਟ ਇਸ ਦਾ ਨਾਮ ਬਿਸਤ ਦਬਾਬ ਹੈਗਾ ਗਾ। ਓਕੇ, ਅੱਜ ਕੱਲ੍ਹ ਇਸ ਨੂੰ ਜਿਹੜਾ ਹੈ ਦੁਆਬੇ ਦੇ ਨਾਮ ਨਾਲ ਜਾਣਦੇ ਹੈਗੇ ਅੱਗੇ, ਇਹ ਵੀ ਤੁਸੀਂ ਯਾਦ ਰੱਖ ਲੈਣਾ ਹੈਗਾ ਗਾ। ਨੈਕਸਟ ਹੈ ਜੀ ਤੀਸਰਾ ਆਪਣੇ ਕੋਲੇ ਸਤਲੁਜ ਅਤੇ ਘੱਗਰ ਦਰਿਆ। ਸਤਲੁਜ ਅਤੇ ਘੱਗਰ ਦਰਿਆ। ਸਤਲੁਜ ਤੇ ਘੱਗਰ ਦਰਿਆ ਦਾ ਜਿਹੜਾ ਖੇਤਰ ਹੈ ਇਹਨੂੰ ਕਿਹਾ ਜਾਂਦਾ ਹੈ ਮਾਲਵੇ ਦਾ ਖੇਤਰ, ਤੇ ਮਾਲਵੇ ਦਾ ਖੇਤਰ ਦੇ ਵਿੱਚ ਬਠਿੰਡਾ ਸਭ ਤੋਂ ਇੰਪੋਰਟੈਂਟ ਆ ਜਾਂਦਾ, ਲੁਧਿਆਣਾ ਸਭ ਤੋਂ ਇੰਪੋਰਟੈਂਟ ਆ ਜਾਂਦਾ ਹੈਗਾ ਗਾ। ਓਕੇ, ਜਿਹਦੇ ਵਿੱਚ ਸਭ ਤੋਂ ਵੱਧ ਜ਼ਿਲ੍ਹੇ ਪੈਂਦੇ ਹੈਗੇ ਨੇਗੇ। ਸਤਲੁਜ ਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਮਾਲਵਾ ਖੇਤਰ ਕਿਹਾ ਜਾਂਦਾ ਹੈਗਾ ਗਾ। ਇਹ ਤੁਸੀਂ ਦੇਖ ਸਕਦੇ ਹੈਗੇ ਹੋ ਜੀ ਕਿ ਆ ਸਤਲੁਜ ਦਰਿਆ ਹੈ। ਓਕੇ, ਇਸ ਤੋਂ ਨੀਚੇ ਘੱਗਰ ਦਰਿਆ ਹੈ ਜੋ ਕਿ ਹਰਿਆਣੇ ਦੇ ਵਿੱਚ ਪੈਂਦਾ, ਮੈਪ ਦੇ ਵਿੱਚ ਐਡ ਨਹੀਂ ਹੈਗਾ ਗਾ। ਇਹਨੂੰ ਕਹਿੰਦੇ ਹੈਗੇ ਅੱਗੇ ਮਾਲਵੇ ਦਾ ਦਬਾਬ। ਤੇ ਬਿਸਤ ਦਾ ਦਬਾਬ ਤੁਸੀਂ ਦੇਖ ਸਕਦੇ ਹੋ ਬਿਆਸ ਤੇ ਸਤਲੁਜ ਦੇ ਵਿਚਕਾਰ ਵਾਲਾ ਹੈ। ਆ ਦੂਸਰਾ ਖੇਤਰ ਆ ਜਾਂਦਾ ਹੈਗਾ ਗਾ। ਆ ਪਹਿਲਾ ਖੇਤਰ ਹੋ ਗਿਆ ਤੇ ਆ ਤੀਸਰਾ ਖੇਤਰ ਹੋ ਗਿਆ। ਇਸ ਤੋਂ ਬਾਅਦ ਚੌਥਾ ਪਾਰਟ ਆਪਣੇ ਕੋਲੇ ਹਰਿਆਣੇ ਦਾ ਵੀ ਐਡ ਹੈ। ਪੰਜਾਬ ਹਰਿਆਣਾ ਦੇ ਮੈਦਾਨ ਦੀ ਆਪਾਂ ਗੱਲ ਕੀਤੀ ਆ ਤਾਂ ਇੱਥੇ ਘੱਗਰ ਦਰਿਆ ਤੇ ਜਮਨਾ ਦਰਿਆ। ਇੱਕ ਘੱਗਰ ਦਰਿਆ ਤਾਂ ਇਸ ਤੋਂ ਨੀਚੇ ਨਿਕਲ ਰਿਹਾ ਹੈ, ਇਸ ਤੋਂ ਨੀਚੇ ਇੱਕ ਆਉਂਦਾ ਹੈ ਜੀ ਯਮੁਨਾ ਦਰਿਆ। ਇਹਨਾਂ ਦੇ ਵਿਚਕਾਰਲੇ ਖੇਤਰ ਨੂੰ ਕਿਹਾ ਜਾਂਦਾ ਹੈਗਾ ਗਾ ਹਰਿਆਣਾ। ਸੋ ਇੱਥੇ ਵੀ ਜਿਹੜਾ ਹੈ ਮੈਦਾਨੀ ਖੇਤਰ ਹੈ, ਇਹ ਅਸਲ ਦੇ ਵਿੱਚ ਸਾਡੇ ਪੁਰਾਣੇ ਪੰਜਾਬ ਦਾ ਹੀ ਹਿੱਸਾ ਹੈਗਾ ਗਾ, ਜੋ ਕਿ 1 ਨਵੰਬਰ 1966 ਤੋਂ ਸਾਡੇ ਪੰਜਾਬ ਦੇ ਨਾਲੋਂ ਵੱਖ ਕਰਕੇ ਹਿੰਦੀ ਭਾਸ਼ਾ ਦੇ ਆਧਾਰ ਦੇ ਉੱਪਰ ਹਰਿਆਣਾ ਰਾਜ ਬਣਾ ਦਿੱਤਾ ਸੀਗਾ। ਤਾਂ ਟੋਟਲ ਆਪਣੇ ਕੋਲੇ ਜੇਕਰ ਮੈਦਾਨਾਂ ਦੀ ਗੱਲ ਕਰੀਏ ਉੱਤਰੀ ਪਲੇਨ ਏਰੀਏ ਦੇ ਵਿੱਚ ਪਹਿਲਾ ਪਾਰਟ ਜਿਹੜਾ ਹੈ ਉਹ ਪੰਜਾਬ ਹਰਿਆਣਾ ਦੇ ਮੈਦਾਨ ਆ, ਜਿਹਨੂੰ ਅੱਗੇ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਬਾਰੀ ਦਬਾਬ, ਬਿਸਤ ਦਬਾਬ, ਮਾਲਵੇ ਦਾ ਦਬਾਬ ਅਤੇ ਹਰਿਆਣੇ ਦੇ ਮੈਦਾਨ ਜਿਹੜੇ। ਠੀਕ ਹੈ, ਟੋਟਲ ਇਹ 4 ਮੈਦਾਨਾਂ ਦੇ ਵਿੱਚ ਇਸ ਨੂੰ ਡਿਵਾਈਡ ਕੀਤਾ ਗਿਆ ਹੈ। ਦੂਸਰਾ ਭਾਗ ਆ ਜਾਂਦਾ ਹੈ ਥਾਰ ਮਾਰੂਥਲ ਦੇ ਮੈਦਾਨ। ਥਾਰ ਮਾਰੂਥਲ ਜਿਹੜਾ ਹੈਗਾ ਗਾ ਇਹ ਪੰਜਾਬ ਹਰਿਆਣਾ ਦੇ ਦੱਖਣੀ ਖੇਤਰ ਦੇ ਵਿੱਚ ਸਥਿਤ ਹੈ, ਤੇ ਇਹ ਇੱਕ ਖੁਸ਼ਕ ਤੇ ਪੱਧਰਾ ਮੈਦਾਨ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਇੱਥੇ ਇੱਕ ਪੁਆਇੰਟ ਸਭ ਤੋਂ ਪਹਿਲਾਂ ਇਹ ਨੋਟ ਕਰ ਲੈਣਾ ਹੈ ਕਿ ਜੇਕਰ ਸਾਨੂੰ ਪੁੱਛ ਲਿਆ ਜਾਂਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈਗਾ ਗਾ, ਤਾਂ ਥਾਰ ਮਾਰੂਥਲ ਹੈਗਾ ਗਾ। ਠੀਕ ਹੈ, ਥਾਰ ਮਾਰੂਥਲ ਭਾਰਤ ਦਾ ਸਭ ਤੋਂ ਵੱਡਾ ਮਾਰੂਥਲ ਹੈਗਾ ਗਾ, ਜੋ ਕਿ ਗਰਮ ਮਾਰੂਥਲ ਹੈਗਾ ਗਾ, ਜੋ ਕਿ ਗਰਮ ਮਾਰੂਥਲ ਹੈਗਾ ਗਾ। ਓਕੇ, ਅਤੇ ਇਹ ਸਥਿਤ ਕਿੱਥੇ ਹੈਗਾ ਜੀ? ਰਾਜਸਥਾਨ ਦੇ ਵਿੱਚ। ਰਾਜਸਥਾਨ ਦੇ ਵਿੱਚ ਸਥਿਤ ਹੈ ਜੀ ਥਾਰ ਮਾਰੂਥਲ। ਇਹ ਸਭ ਤੋਂ ਵੱਡਾ ਮਾਰੂਥਲ ਹੈ ਪੂਰੇ ਭਾਰਤ ਦੇ ਵਿੱਚ, ਆਪਾਂ ਜੇਕਰ ਗੱਲ ਕਰੀਏ ਗਰਮ ਮਾਰੂਥਲਾਂ ਦੇ ਵਿੱਚੋਂ। ਠੀਕ ਹੈ, ਦੱਖਣ
ਖੇਤਰ ਦੇ ਵਿੱਚ ਪੈਂਦਾ ਹੈ ਪੰਜਾਬ ਹਰਿਆਣਾ ਦੀ ਡਾਇਰੈਕਸ਼ਨ ਨੂੰ ਲੈ ਕੇ। ਬਹੁਤ ਵਾਰੀ ਇਹ ਕੁਐਸਚਨ ਆਇਆ ਹੈ ਕਿ ਜਿਹੜਾ ਥਾਰ ਮਾਰੂਥਲ ਹੈਗਾ ਗਾ ਉਹ ਪੰਜਾਬ ਦੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਪੈਂਦਾ ਹੈਗਾ ਗਾ, ਬਹੁਤ ਜ਼ਿਆਦਾ ਆਉਂਦਾ ਹੈਗਾ ਗਾ। ਸੋ ਇਸ ਨੂੰ ਵੀ ਤੁਸੀਂ ਯਾਦ ਰੱਖਿਓ। ਗੁਜਰਾਤ ਦੀ ਕੱਛ ਦੀ ਖਾੜੀ ਤੱਕ ਫੈਲਿਆ ਹੋਇਆ ਹੈਗਾ ਗਾ। ਪੰਜਾਬ ਹਰਿਆਣਾ ਤੋਂ ਸ਼ੁਰੂ ਹੁੰਦਾ ਹੈਗਾ ਗਾ ਸਾਊਥ ਵਾਲੀ ਬਾਉਂਡਰੀ ਤੋਂ। ਇਸ ਤੋਂ ਇਲਾਵਾ ਗੁਜਰਾਤ ਦੀ ਕੱਛ ਦੀ ਖਾੜੀ ਤੱਕ ਇਹ ਫੈਲਿਆ ਹੈਗਾ ਗਾ। ਇਹ ਥਾਰ ਦਾ ਮਾਰੂਥਲੀ ਮੈਦਾਨ ਹੈ। ਹਾਲਾਂਕਿ ਹੈ ਤਾਂ ਮਾਰੂਥਲ ਹੈ, ਪਰ ਕਾਫੀ ਖੇਤਰ ਦੇ ਵਿੱਚ ਪੱਧਰੇ ਵੀ ਦੇਖਣ ਨੂੰ ਮਿਲਦੇ ਨੇ ਜਿੱਥੇ ਕਾਫੀ ਸਾਰੀ ਖੇਤੀ ਵੀ ਕੀਤੀ ਜਾਂਦੀ ਹੈ ਵੱਖਰੀ। ਸੋ ਉਸ ਦੇ ਨਾਲ ਰਿਲੇਟਡ ਹੈ। ਇਹਦੀ ਜਿਹੜੀ ਪੂਰਬੀ ਹੱਦ ਹੈਗੀ ਉਹ ਅਰਾਵਲੀ ਪਰਬਤ ਦੇ ਨਾਲ ਲੱਗਦੀ ਹੈਗੀ ਹੈ। ਇਸ ਦੀ ਜਿਹੜੀ ਪੂਰਬੀ ਹੱਦ ਹੈ ਉਹ ਅਰਾਵਲੀ ਪਰਬਤ ਦੇ ਨਾਲ ਲੱਗਦੀ ਹੈ। ਇੱਥੇ ਬਰਖਾ ਬਹੁਤ ਘੱਟ ਹੁੰਦੀ ਹੈਗੀ ਲਗਭਗ ਪੂਰੇ ਭਾਰਤ ਦੇ ਨਾਲੋਂ, ਠੀਕ ਆ। ਅਤੇ ਇਸ ਖੇਤਰ ਦੇ ਵਿੱਚ ਇੱਕ ਬਾਰਮੇੜ ਜ਼ਿਲ੍ਹਾ ਹੈ ਜੋ ਕਿ ਰੇਤ ਦੀਆਂ ਲਹਿਰੀਆਂ ਅਤੇ ਟਿੱਲਿਆਂ ਦੇ ਦੁਆਰਾ ਬਣੇ ਹੋਏ ਹੈਗੇ ਜੋ ਕਿ 50 ਤੋਂ 100 ਮੀਟਰ ਦੀ ਉਚਾਈ ਦੇ ਉੱਪਰ ਦੇਖੇ ਜਾ ਸਕਦੇ ਹੈਗੇ ਨੇ। ਕਿਉਂਕਿ ਰੇਗਿਸਤਾਨ ਹੈ ਤਾਂ ਮਿੱਟੀ ਦਾ ਉੱਡਣਾ ਸੁਭਾਵਿਕ ਜੀ ਗੱਲ ਹੈ, ਇਸ ਕਰਕੇ ਉੱਥੇ ਲਹਿਰੀਦਾਰ ਜਿਹੜੀਆਂ ਪਰਤਾਂ ਸਾਨੂੰ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਹੈਗੀਆਂ ਨੇ। ਪਰ ਇੱਥੇ ਮਾਰੂਥਲ ਹੋਣ ਦੇ ਨਾਲ ਕੁਝ ਉਪਜਾਊ ਮੈਦਾਨ ਵੀ ਪਾਏ ਜਾਂਦੇ ਹੈਗੇ ਅਤੇ ਇਹਨਾਂ ਉਪਜਾਊ ਮੈਦਾਨਾਂ ਦੇ ਨਾਮ ਹੈਗੇ ਰੋਹੀ, ਠੀਕ ਹੈ। ਰੋਹੀ ਕਿਸ ਨੂੰ ਕਿਹਾ ਜਾਂਦਾ ਹੈ? ਉਹ ਖੇਤਰ ਜਿਹੜਾ ਥਾਰ ਮਾਰੂਥਲ ਦੇ ਵਿੱਚ ਪਾਇਆ ਜਾਂਦਾ ਹੈ ਪਰ ਹੈਗਾ ਮੈਦਾਨੀ ਖੇਤਰ ਹੈ, ਉਪਜਾਊ ਖੇਤਰ ਹੈਗਾ ਗਾ। ਥਾਰ ਮਾਰੂਥਲ ਵਾਲੇ ਖੇਤਰ ਦੇ ਵਿੱਚ ਇੱਕ ਖਾਰੇ ਪਾਣੀ ਦੀ ਝੀਲ ਪਾਈ ਜਾਂਦੀ ਹੈਗੀ ਆ ਜਿਸ ਨੂੰ ਕਿ ਆਪਾਂ ਸਾਂਬਰ ਝੀਲ ਕਹਿ ਦਿੰਦੇ ਹੈਗੇ ਆ। ਇਹ ਵੀ ਲਗਭਗ ਹਰੇਕ ਐਗਜ਼ਾਮ ਦੇ ਵਿੱਚ ਜਦੋਂ ਝੀਲਾਂ ਵਾਲਾ ਕੁਐਸਚਨ ਆਉਂਦਾ ਹੈ ਆਪਸ਼ਨ ਦੇ ਵਿੱਚ ਜ਼ਰੂਰ ਆਉਂਦੀ ਹੈ, ਚਾਹੇ ਆਨਸਰ ਹੋਵੇ ਚਾਹੇ ਨਾ ਹੋਵੇ ਉਸਦਾ, ਠੀਕ ਹੈ। ਖਾਰੇ ਪਾਣੀ ਦੀ ਝੀਲ ਸਾਂਬਰ ਝੀਲ ਜਿਹੜੀ ਹੈਗੀ ਉਹ ਇਸ ਖੇਤਰ ਦੇ ਵਿੱਚ ਪਾਈ ਜਾਂਦੀ ਹੈਗੀ, ਠੀਕ ਹੈ ਜੀ। ਇਹ ਮੈਪ ਹੈ, ਆ ਸਾਰੇ ਦਾ ਸਾਰਾ ਥਾਰ ਡੈਜ਼ਰਟ ਹੈ। ਉੱਪਰਲੀ ਸਾਈਡ 'ਤੇ ਪੰਜਾਬ ਆ ਜਾਂਦਾ ਹੈ, ਇੱਧਰਲੀ ਸਾਈਡ ਦੇ ਉੱਪਰ ਹਰਿਆਣਾ ਆ ਗਿਆ ਹੈਗਾ ਗਾ। ਇੱਧਰਲੀ ਸਾਈਡ 'ਤੇ ਆਪਾਂ ਪੂਰਬੀ ਡਾਇਰੈਕਸ਼ਨ ਦੀ ਗੱਲ ਕੀਤੀ ਸੀਗੀ, ਆ ਅਰਾਵਲੀ ਰੇਂਜ ਆ ਜਾਂਦਾ ਹੈ। ਸਾਊਥ ਦੇ ਵਿੱਚ ਰਨ ਆਫ ਕੱਛ ਜਿਹੜਾ ਹੈਗਾ ਗਾ ਉਹ ਇਸ ਦੀ ਬਾਉਂਡਰੀ ਬਣਾਉਂਦਾ ਹੈਗਾ ਗਾ ਅਤੇ ਵੈਸਟ ਦੇ ਵਿੱਚ ਜਿਹੜਾ ਹੈਗਾ ਇਸ 'ਤੇ ਪਾਕਿਸਤਾਨ ਸਥਿਤ ਹੈਗਾ ਗਾ। ਇਹ ਸਾਰਾ ਦਾ ਸਾਰਾ ਖੇਤਰ ਜਿਹੜਾ ਹੈ ਥਾਰ ਮਾਰੂਥਲ ਕਹਾਉਂਦਾ ਹੈ। ਅਤੇ ਥਾਰ ਮਾਰੂਥਲ ਦੇ ਵਿੱਚ ਇੱਕ ਰੇਂਜ ਪਾਈ ਜਾਂਦੀ ਹੈ, ਪਰਬਤ ਲੜੀ ਪਾਈ ਜਾਂਦੀ ਹੈਗੀ ਹੈ ਜਿਹਦਾ ਨਾਮ ਹੈ ਅਰਾਵਲੀ ਪਰਬਤ। ਅਰਾਵਲੀ ਪਰਬਤ ਦੇ ਉੱਪਰ ਇੱਕ ਕੁਐਸਚਨ ਹੋਰ ਆਉਂਦਾ ਹੁੰਦਾ ਹੈ ਕਿ ਅਰਾਵਲੀ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਉਹ ਹੈ ਗੁਰੂ ਸ਼ੇਖਰ, ਜੋ ਕਿ ਮੈਪ ਦੇ ਵਿੱਚ ਐਡ ਵੀ ਕੀਤੀ ਹੋਈ ਹੈ। ਗੁਰੂ ਸ਼ੇਖਰ ਜਿਹਦੀ ਹਾਈਟ ਹੁੰਦੀ ਹੈਗੀ 1722 ਮੀਟਰ। ਇਹ ਰਾਜਸਥਾਨ ਦੇ ਵਿੱਚ ਪੈਂਦੀ ਹੈਗੀ ਤੇ ਸਭ ਤੋਂ ਉੱਚੀ ਚੋਟੀ ਹੈਗੀ ਅਰਾਵਲੀ ਪਰਬਤ ਸ਼੍ਰੇਣੀ ਦੀ। ਇਹ ਵੀ ਲਗਭਗ ਹਰੇਕ ਐਗਜ਼ਾਮ ਦੇ ਵਿੱਚ ਆਉਂਦੀ ਹੈਗੀ। ਓਕੇ, ਥਾਰ ਮਾਰੂਥਲ ਦਾ ਇਹ ਥਾਰ ਮਾਰੂਥਲ ਦੀ ਕੁਝ ਡਿਟੇਲ ਸੀਗੀ। ਨੈਕਸਟ ਹੈ ਜੀ ਅੱਗੇ ਆਪਣੇ ਕੋਲੇ ਗੰਗਾ ਦੇ ਮੈਦਾਨ। ਪੰਜਾਬ ਹਰਿਆਣਾ ਦੇ ਮੈਦਾਨ ਹੋ ਚੁੱਕੇ ਆ, ਥਾਰ ਮਾਰੂਥਲ ਹੋ ਚੁੱਕਿਆ ਹੈ। ਹੁਣ ਆਉਣੇ ਹਾਂ ਗੰਗਾ ਨਦੀ ਦੇ ਦੁਆਰਾ ਬਣਾਏ ਗਏ ਮੈਦਾਨ। ਗੰਗਾ ਨਦੀ ਦੇ ਦੁਆਰਾ ਜਿਹੜੇ ਮੈਦਾਨ ਬਣਾਏ ਜਾਂਦੇ ਹੈਗੇ ਆ ਉਹਨੂੰ ਕਿਹਾ ਜਾਂਦਾ ਹੈ ਗੰਗਾ ਦੇ ਮੈਦਾਨ, ਕਿਉਂਕਿ ਗੰਗਾ ਨਦੀ ਆਪਣੇ ਨਾਲ ਜਿਹੜੀ ਉਪਜਾਊ ਮਿੱਟੀ ਲਿਆਉਂਦੀ ਹੈ ਉਸ ਨੂੰ ਉਹ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਦੇ ਵਿੱਚ ਜਿਹੜਾ ਹੈ ਜਮ੍ਹਾਂ ਕਰ ਦਿੰਦੀ ਹੈ, ਜਿਸ ਦੇ ਕਾਰਨ ਕਰਕੇ ਉੱਥੇ ਉਪਜਾਊ ਮੈਦਾਨ ਹੋਂਦ ਦੇ ਵਿੱਚ ਆਉਂਦੇ ਨੇ। ਇਸ ਦੇ ਵਿੱਚ ਖਾਸ ਤੌਰ ਦੇ ਉੱਪਰ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਖੇਤਰ ਜ਼ਿਕਰਯੋਗ ਹੈਗੇ ਨੇਗੇ, ਪਰ ਬਾਕੀ ਦੇ ਵੀ ਹੋਰ ਕਾਫੀ ਸਾਰੇ ਖੇਤਰ ਇਹਦੇ ਵਿੱਚ ਆਉਂਦੇ ਨੇ, ਬਟ ਇਹ ਦੋ ਇੰਪੋਰਟੈਂਟ ਖੇਤਰ ਨੇਗੇ ਗੰਗਾ ਦੇ ਮੈਦਾਨਾਂ ਦੇ ਵਿੱਚ ਹੈ। ਗੰਗਾ ਦੇ ਮੈਦਾਨਾਂ ਦੇ ਵਿੱਚ ਪੱਛਮ ਦੇ ਵਿੱਚ ਜਿਹੜੀ ਹੈ ਯਮੁਨਾ ਨਦੀ ਆਉਂਦੀ ਹੈਗੀ, ਠੀਕ ਹੈ। ਇਸ ਖੇਤਰ ਦੇ ਵਿੱਚ ਯਮੁਨਾ ਨਦੀ ਆ ਜਾਂਦੀ ਹੈਗੀ ਇਸ 'ਤੇ, ਜੋ ਕਿ ਦਿੱਲੀ ਵਾਲੇ ਖੇਤਰ 'ਚ ਆਉਂਦੀ ਹੈਗੀ ਆ। ਪੂਰਬ ਦੇ ਵਿੱਚ ਇਸ ਦੇ ਬੰਗਲਾਦੇਸ਼ ਆ ਜਾਂਦਾ ਹੈ। ਸੋ ਇਸ ਖੇਤਰ ਤੱਕ ਜਿਹੜਾ ਹੈ ਫੈਲੀ ਹੋਈ ਹੈਗੀ ਆ। ਉੱਤਰ ਦੇ ਵਿੱਚ ਇਹਦੇ ਸ਼ਿਵਾਲਿਕ ਪਰਬਤ ਸ਼੍ਰੇਣੀ, ਜੋ ਕਿ ਆਪਾਂ ਪੰਜਾਬ ਦੇ ਵਿੱਚ ਜ਼ਿਕਰ ਕੀਤਾ ਸੀਗਾ, ਉਹ ਆ ਜਾਂਦੀ ਹੈਗੀ ਆ। ਪ੍ਰਮੁੱਖ ਸਰੋਤ ਕੀ ਇਸ ਦਾ? ਗੰਗਾ ਨਦੀ ਹੈ, ਕਿਉਂਕਿ ਗੰਗਾ ਨਦੀ ਦੇ ਪਾਣੀ ਦੇ ਦੁਆਰਾ ਹੀ ਤਾਂ ਇਹਨਾਂ ਨੂੰ ਕ੍ਰੀਏਟ ਕੀਤਾ ਗਿਆ ਹੈ। ਇਸ ਕਾਰਨ ਕਰਕੇ ਇਸ ਦੇ ਵਿੱਚ ਸਪੈਸ਼ਲੀ ਆਉਂਦੀ ਹੈਗੀ ਆ। ਉੱਤਰ ਦੇ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਆ ਜਾਂਦਾ ਹੈ। ਪੱਛਮ ਦੇ ਵਿੱਚ ਯਮੁਨਾ ਆ ਜਾਂਦਾ ਹੈਗਾ, ਪੂਰਬ ਦੇ ਵਿੱਚ ਬੰਗਲਾਦੇਸ਼ ਆ ਜਾਂਦਾ ਹੈਗਾ ਅਤੇ ਉੱਤਰ ਦੇ ਵਿੱਚ ਸ਼ਿਵਾਲਿਕ ਜਿਹੜੀ ਹਿੱਲ ਹੈਗੀਆਂ ਨੇਗੀਆਂ ਉਹਨਾਂ ਨੂੰ ਇਹਦੇ ਲਈ ਬਾਉਂਡਰੀ ਜਿਹੜੀ ਹੈ ਉਹ ਬਣਾਇਆ ਜਾਂਦਾ ਹੈ। ਦੋ ਪ੍ਰਮੁੱਖ ਖੇਤਰ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ। ਚੌਥਾ ਖੇਤਰ ਹੈ ਜੀ ਬ੍ਰਹਮਪੁੱਤਰ ਦੇ ਮੈਦਾਨ। ਬ੍ਰਹਮਪੁੱਤਰ ਨਦੀ ਦੇ ਦੁਆਰਾ ਜਿਹੜੇ ਮੈਦਾਨ ਬਣਾਏ ਜਾਂਦੇ ਨੇਗੇ ਉਹਨਾਂ ਨੂੰ ਕਿਹਾ ਜਾਂਦਾ ਹੈ ਬ੍ਰਹਮਪੁੱਤਰ ਦੇ ਮੈਦਾਨ। ਬ੍ਰਹਮਪੁੱਤਰ ਦੇ ਮੈਦਾਨਾਂ ਨੂੰ ਅਸਮ ਦੇ ਮੈਦਾਨ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਮੈਦਾਨ ਅਸਲ ਦੇ ਵਿੱਚ ਅਸਮ ਰਾਜ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਹੈਗੇ ਨੇਗੇ। ਸੋ ਇਸ ਕਾਰਨ ਕਰਕੇ ਇਸ ਨੂੰ ਕਈ ਵਾਰ ਅਸਾਮ ਦੇ ਮੈਦਾਨ ਦੇ ਨਾਮ ਨਾਲ ਵੀ ਜਾਣ ਲਿਆ ਜਾਂਦਾ ਹੈ। ਪ੍ਰਮੁੱਖ ਦਰਿਆ ਇਸ ਦੇ ਵਿੱਚ ਬ੍ਰਹਮਪੁੱਤਰ, ਸੰਸਾਰੀ, ਦਿਬਾਂਗ ਤੇ ਲੋਹਿਤ ਦਰਿਆ ਸ਼ਾਮਲ ਹੈਗੇ ਨੇਗੇ। ਬ੍ਰਹਮਪੁੱਤਰ ਪ੍ਰਮੁੱਖ ਹੈ, ਬਟ ਇਸ ਤੋਂ ਇਲਾਵਾ ਕੁਝ ਸਹਾਇਕ ਨਦੀਆਂ ਜਿਹੜੀਆਂ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਹੈਗੀਆਂ, ਜਿਨ੍ਹਾਂ ਦੇ ਵਿੱਚ ਸੰਸਾਰੀ, ਦਿਬਾਂਗ ਤੇ ਲੋਹਿਤ ਦਰਿਆ ਵੀ ਐਡ ਕੀਤੇ ਜਾਂਦੇ ਹੈਗੇ। ਓਕੇ, ਆ ਤੁਸੀਂ ਦੇਖ ਸਕਦੇ ਹੈਗੇ ਹੋ ਜੀ, ਆ ਸਾਰੀ ਬ੍ਰਹਮਪੁੱਤਰ ਨਦੀ ਆਉਂਦੀ ਹੈਗੀ, ਇਹਦਾ ਪੂਰਾ ਬੇਸਨ ਹੈਗਾ ਤੇ ਆ ਅਸਮ ਵਾਲਾ ਖੇਤਰ ਜਿਹੜਾ ਹੈ ਉਹ ਪੂਰੇ ਦਾ ਪੂਰਾ ਇਸ ਨੂੰ ਕਵਰ ਕਰਦਾ ਹੈਗਾ। ਸੋ ਇਸ ਕਰਕੇ ਇਹ ਬ੍ਰਹਮਪੁੱਤਰ ਦੇ ਮੈਦਾਨ ਕਹਾਉਂਦੇ ਆ, ਕਿਉਂਕਿ ਬ੍ਰਹਮਪੁੱਤਰ ਨਦੀ ਇਸ ਦਾ ਬੇਸ ਹੈਗੀ। ਤੀਸਰਾ ਭਾਰਤ ਦਾ ਭਾਗ। ਤੀਸਰੇ ਭਾਰਤ ਦੇ ਭਾਗ ਦੇ ਵਿੱਚ ਆਉਂਦਾ ਹੈ ਜੀ ਪ੍ਰਾਇਦੀਪੀ ਪਠਾਰ, ਠੀਕ ਹੈ, ਜਿਹਨੂੰ ਪੈਨਸੂਲਰ ਆਪਾਂ ਕਹਿ ਸਕਦੇ ਹਾਂ ਜਾਂ ਦੱਖਣ ਦਾ ਪਲੇਟੂ ਵੀ ਕਹਿ ਦਿੰਦੇ ਹੈਗੇ। ਸੋ ਪ੍ਰਾਇਦੀਪੀ ਪਠਾਰ ਜਿਹੜਾ ਹੈ ਇਹ ਇੱਕ ਤਿਕੋਣਾ ਪ੍ਰਾਚੀਨ ਉੱਚਾ ਧਰਤ ਟੁਕੜਾ ਹੈਗਾ ਜਿਹੜਾ ਕਿ ਬਾਕੀ ਦੇ ਹਿੱਸਿਆਂ ਦੇ ਨਾਲੋਂ ਉੱਚਾ ਉੱਠਿਆ ਹੋਇਆ ਹੈਗਾ।
ਇਸ ਦੇ ਦੱਖਣ ਦੇ ਵਿੱਚ ਸਾਨੂੰ ਕੰਨਿਆਕੁਮਾਰੀ ਦੇਖਣ ਨੂੰ ਮਿਲਦਾ ਹੈਗਾ ਗਾ, ਜੋ ਤਾਮਿਲਨਾਡੂ ਦੇ ਵਿੱਚ ਪੈਂਦਾ ਹੈ। ਕੰਨਿਆਕੁਮਾਰੀ ਇਸ ਦੇ ਦੱਖਣ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਗਾ। ਇਹ ਪੂਰਾ ਦਾ ਪੂਰਾ ਟ੍ਰਾਇੰਗਲ ਜਿਹੜਾ ਹੈਗਾ ਗਾ, ਇਹ ਦੱਖਣ ਦਾ ਪਲੇਟੂ ਕਹਾਉਂਦਾ ਹੈ। ਓਕੇ, ਅਤੇ ਇਸ ਦਾ ਜਿਹੜਾ ਦੱਖਣੀ ਹਿੱਸਾ ਹੈਗਾ ਗਾ, ਉਹ ਕਿਸ ਖੇਤਰ ਦੇ ਨਾਲ ਲੱਗਦਾ ਹੈ? ਇੰਡੀਅਨ ਓਸ਼ਨ ਦੇ ਨਾਲ ਲੱਗਦਾ ਹੈ, ਯਾਨੀ ਕਿ ਹਿੰਦ ਮਹਾਸਾਗਰ ਦੇ ਨਾਲ ਲੱਗਦਾ ਹੈਗਾ ਗਾ। ਪੂਰਬ ਦੇ ਵਿੱਚ ਇਸ ਦੇ ਪੈਂਦਾ ਹੈ ਜੀ ਬੰਗਾਲ ਦੀ ਖਾੜੀ, ਅਤੇ ਪੱਛਮ ਦੇ ਵਿੱਚ ਪੈਂਦਾ ਹੈ ਜੀ ਇਸ ਦੇ ਅਰਬ ਸਾਗਰ। ਠੀਕ ਹੈ, ਸੋ ਇਹ ਤਿੰਨ ਖੇਤਰ ਇਸ ਨੂੰ ਮਿਲਾ ਕੇ ਜਿਹੜਾ ਹੈ ਬਣਾਉਂਦੇ ਹੈ ਪ੍ਰਾਇਦੀਪ ਦਾ ਪਠਾਰ। ਹੁਣ ਇਹ ਤਿੰਨ ਖੇਤਰਾਂ ਦੇ ਵਿੱਚੋਂ ਪਾਣੀ ਦੇ ਨਾਲ ਘਿਰਿਆ ਹੈ, ਅਤੇ ਆਪਾਂ ਇੱਕ ਟੌਪਿਕ ਪੜ੍ਹਿਆ ਹੋਇਆ ਕਿ ਜਿਹੜਾ ਖੇਤਰ ਤਿੰਨ ਪਾਸਿਆਂ ਤੋਂ ਸਾਗਰ ਦੇ ਦੁਆਰਾ ਜਾਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ, ਉਹਨੂੰ ਕਹਿੰਦੇ ਹੁੰਦੇ ਹੈ ਪ੍ਰਾਇਦੀਪ। ਠੀਕ ਹੈ, ਸੋ ਇਸ ਆਧਾਰ ਦੇ ਉੱਪਰ ਆਪਾਂ ਇਸ ਨੂੰ ਪ੍ਰਾਇਦੀਪੀ ਪਠਾਰ ਕਹਿ ਦਿੰਦੇ ਹੈਗੇ ਹਾਂ। ਅਤੇ ਕਈ ਵਾਰ ਆਪਾਂ ਵੀ ਪੁੱਛ ਲੈਂਦੇ ਹੈਗੇ ਹਾਂ ਕਿ ਭਾਰਤ ਨੂੰ ਪ੍ਰਾਇਦੀਪੀ ਪਠਾਰ ਪ੍ਰਾਇਦੀਪ ਕਿਉਂ ਕਿਹਾ ਜਾਂਦਾ ਹੈ, ਤਾਂ ਉਹਦਾ ਮਤਲਬ ਵੀ ਇਹੀ ਹੁੰਦਾ ਕਿ ਭਾਰਤ ਨੂੰ ਤਿੰਨ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈਗਾ। ਪੱਛਮ ਦੇ ਵਿੱਚ ਅਰਬ ਸਾਗਰ ਨੇ, ਦੱਖਣ ਦੇ ਵਿੱਚ ਇੰਡੀਅਨ ਓਸ਼ਨ ਨੇ, ਅਤੇ ਪੂਰਬ ਦੇ ਵਿੱਚ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਨੇ ਘਿਰਿਆ ਹੋਇਆ। ਅਤੇ ਤਿੰਨ ਪਾਸੇ ਤੋਂ ਜਿਹੜਾ ਵੀ ਖੇਤਰ ਪਾਣੀ ਦੇ ਨਾਲ ਘਿਰਿਆ ਹੋਊਗਾ ਉਹਨੂੰ ਹਮੇਸ਼ਾ ਪ੍ਰਾਇਦੀਪ ਕਿਹਾ ਜਾਊਗਾ, ਅਤੇ ਭਾਰਤ ਵੀ ਇੱਕ ਪ੍ਰਾਇਦੀਪੀ ਖੇਤਰ ਹੈ। ਅਤੇ ਪਠਾਰ ਇੱਥੇ ਪਾਇਆ ਜਾਂਦਾ, ਇਸ ਕਾਰਨ ਕਰਕੇ ਇਸ ਨੂੰ ਪ੍ਰਾਇਦੀਪੀ ਪਠਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪ੍ਰਾਇਦੀਪੀ ਪਠਾਰ ਨੂੰ ਵੀ ਅੱਗੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇੱਕ ਦਾ ਨਾਮ ਹੈ ਮਾਲਵੇ ਦਾ ਪਠਾਰ, ਅਤੇ ਦੂਸਰੇ ਦਾ ਨਾਮ ਹੈਗਾ ਗਾ ਦੱਖਣੀ ਪਠਾਰ। ਤਾਂ ਇਹ ਦੋ ਖੇਤਰਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਦੱਖਣ ਦਾ ਪਲੇਟੂ ਇਸ ਦੇ ਵਿੱਚ ਐਡ ਕੀਤਾ ਗਿਆ ਹੈ, ਬਾਕੀ ਹਿੱਸਾ ਆਪਾਂ ਸਮਝਦੇ ਹੈਗੇ ਹਾਂ। ਓਕੇ, ਸੋ ਪਹਿਲਾ ਖੇਤਰ ਮਾਲਵੇ ਦਾ ਪਠਾਰ। ਮਾਲਵੇ ਦਾ ਪਠਾਰ ਕਿਹੜਾ ਹੈ ਜੀ? ਜਿਹੜਾ ਕਿ ਉੱਤਰ ਡਾਇਰੈਕਸ਼ਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਗਾ। ਇਹ ਪਠਾਰ ਪੱਛਮ ਦੇ ਵਿੱਚ ਜਿਹੜੇ ਇਹ ਅਰਾਵਲੀ ਪਰਬਤ ਸ਼੍ਰੇਣੀ ਪੈਂਦੀ ਹੈ, ਜੋ ਕਿ ਆਪਾਂ ਰਾਜਸਥਾਨ ਦੇ ਵਿੱਚ ਪੜ੍ਹੀ ਸੀਗੀ। ਓਕੇ, ਅਰਾਵਲੀ ਪਰਬਤ ਸ਼੍ਰੇਣੀ ਆ ਜਾਂਦੀ ਹੈਗੀ ਇਸ ਦੇ ਵਿੱਚ, ਅਤੇ ਪੂਰਬ ਦੇ ਵਿੱਚ ਇਸ ਦੇ ਵਿੱਚ ਪੈਂਦੇ ਹੈਗੇ ਹੈਗੀ ਜੀ ਸਾਰੀਆਂ ਪਹਾੜੀਆਂ, ਜਿਨ੍ਹਾਂ ਦੇ ਵਿੱਚੋਂ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਪਠਾਰ ਜਿਹੜੇ ਹੈ ਇਹ ਇਸ ਦੇ ਪੂਰਬ ਦੇ ਵਿੱਚ ਸਥਿਤ ਹੈਗੇ ਨੇਗੇ। ਦੱਖਣ ਦੇ ਵਿੱਚ ਇਸ ਦੇ ਸਤਪੁੜ ਪਰਬਤ ਜਿਹੜੀ ਲੜੀ ਹੈ ਉਹ ਪਾਈ ਜਾਂਦੀ ਹੈਗੀ। ਦੱਖਣ ਦੇ ਵਿੱਚ ਇਸ ਦੇ ਸਤਪੁੜਾ ਪਰਬਤ ਪਹਾੜੀਆਂ ਜਿਹੜੀਆਂ ਨੇਗੀਆਂ ਉਹ ਪਾਈਆਂ ਜਾਂਦੀਆਂ ਹੈਗੀਆਂ। ਇਹ ਵਿਚਕਾਰਲਾ ਖੇਤਰ ਜਿਹੜਾ ਹੈ ਯੈਲੋ ਵਾਲਾ ਤੁਸੀਂ ਦੇਖ ਸਕਦੇ ਹੋ, ਇਹ ਮਾਲਵਾ ਦਾ ਪਠਾਰ ਜਾਂ ਪਲੇਟੂ ਕਹਾਉਂਦਾ ਹੈਗਾ ਗਾ। ਇਹਨਾਂ ਦੇ ਡਾਇਰੈਕਸ਼ਨ ਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਆਉਂਦੇ ਹੁੰਦੇ ਆ ਕਿ ਮਾਲਵੇ ਦੇ ਪਠਾਰ ਦੇ ਦੱਖਣ ਦੇ ਵਿੱਚ ਕੀ ਹੈ, ਪੱਛਮ ਦੇ ਵਿੱਚ ਕੀ ਹੈ, ਉੱਤਰ ਦੇ ਵਿੱਚ ਕੀ ਹੈ। ਸੋ ਪਲੀਜ਼ ਯਾਦ ਰੱਖਿਓ ਇਹਨਾਂ ਨੂੰ। ਠੀਕ ਹੈ, ਇੱਕ ਦੋ ਵਾਰੀ ਰਿਪੀਟ ਤੁਸੀਂ ਜਿਹੜਾ ਉਹ ਕਰਨਾ ਹੋਊਗਾ। ਪਠਾਰ ਦੇ ਪੱਛਮ ਦੇ ਵਿੱਚ ਅਰਾਵਲੀ ਪਰਬਤ ਸ਼੍ਰੇਣੀ ਹੈਗੀ ਆ, ਪੂਰਬ ਦੇ ਵਿੱਚ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦਾ ਪਠਾਰ ਆ ਗਿਆ ਹੈ। ਦੱਖਣ ਦੇ ਵਿੱਚ ਸਤਪੁੜਾ ਦੀਆਂ ਜਿਹੜੀਆਂ ਪਹਾੜੀਆਂ ਨੇ ਉਹ ਸ਼ਾਮਲ ਹੈਗੀਆਂ ਨੇ। ਠੀਕ ਹੈ, ਦੂਸਰਾ ਹੈ ਜੀ ਆਪਣੇ ਕੋਲੇ ਦੱਖਣ ਦਾ ਪਠਾਰ, ਜਿਹਨੂੰ ਡੈਕਨ ਪਲੇਟੂ ਦੇ ਨਾਮ ਨਾਲ ਜਾਣਦੇ ਹੈਗੇ। ਸੋ ਇਹ ਜਿਹੜਾ ਹੈ ਬਈ ਲਾਵੇ ਦੇ ਦੁਆਰਾ ਬਣਿਆ ਹੋਇਆ ਹੈਗਾ ਗਾ। ਵੈਰੀ ਇੰਪੋਰਟੈਂਟ ਕਿ ਭਾਰਤ ਦੇ ਵਿੱਚ ਕਿਹੜਾ ਪਠਾਰ ਜਿਹੜਾ ਹੈ ਲਾਵੇ ਤੋਂ ਨਿਰਮਿਤ ਹੈ ਜਾਂ ਲਾਵੇ ਦੇ ਦੁਆਰਾ ਬਣਾਇਆ ਗਿਆ ਹੈ, ਉਹ ਦੱਖਣ ਦਾ ਪਠਾਰ ਹੈ, ਜਿਹਨੂੰ ਡੈਕਨ ਦੇ ਪਲੇਟੂ ਦੇ ਨਾਮ ਨਾਲ ਆਪਾਂ ਜਾਣਦੇ ਹੈਗੇ। ਇਹ ਤਕਰੀਬਨ 7 ਲੱਖ ਕਿਲੋਮੀਟਰ ਦੇ ਵਿੱਚ ਜਿਹੜਾ ਹੈ ਫੈਲਿਆ ਹੋਇਆ ਹੈਗਾ ਵਰਗ ਕਿਲੋਮੀਟਰ ਦੇ ਵਿੱਚ, ਅਤੇ ਇਸ ਦੀ ਜਿਹੜੀ ਢਲਾਨ ਹੈਗੀ ਉਹ ਉੱਤਰ ਪੱਛਮ ਤੋਂ ਦੱਖਣ ਪੂਰਬ ਦੇ ਵੱਲ ਹੈਗੀ। ਠੀਕ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾਰਥ ਵੈਸਟ ਤੋਂ ਕਿਸ ਖੇਤਰ ਵੱਲ ਹੈਗੀ ਆ? ਦੱਖਣ ਪੂਰਬ ਦੇ ਵੱਲ। ਠੀਕ ਹੈ, ਯਾਨੀ ਕਿ ਸਦਰਨ ਈਸਟ ਦੇ ਵਿੱਚ। ਇਸ ਤਰੀਕੇ ਦੇ ਨਾਲ ਦੀ ਡਾਇਰੈਕਸ਼ਨ ਇਧਰ ਨੂੰ ਹੈਗੀ ਨਾਰਥ ਈਸਟ ਤੋਂ ਸਾਊਥ ਈਸਟ ਦੇ ਵੱਲ। ਓਕੇ, ਸਮੁੰਦਰ ਤਲ ਤੋਂ ਇਹਦੀ ਉਚਾਈ ਹੈਗੀ ਹੈ 300 ਤੋਂ 900 ਮੀਟਰ। ਵੈਰੀ ਇੰਪੋਰਟੈਂਟ ਹੈਗਾ ਗਾ, ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਹੈਗਾ ਗਾ। ਅਤੇ ਇਸ ਡੈਕਨ ਦੇ ਪਲੇਟੂ ਨੂੰ ਅੱਗੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਜਿਹੜਾ ਹਿੱਸਾ ਇਹਦਾ ਪੱਛਮ ਦੇ ਵਿੱਚ ਲੱਗਦਾ ਹੈ ਉਹਨੂੰ ਪੱਛਮੀ ਘਾਟ ਕਿਹਾ ਜਾਂਦਾ ਹੈ, ਜਿਹੜਾ ਇਹਦਾ ਹਿੱਸਾ ਪੂਰਬ ਦੇ ਵਿੱਚ ਲੱਗਦਾ ਹੈ ਉਹਨੂੰ ਪੂਰਬੀ ਘਾਟ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਦੋ ਹਿੱਸਿਆਂ ਦੇ ਵਿੱਚ ਅੱਗੇ ਪ੍ਰਾਇਦੀਪ ਪਠਾਰ ਨੂੰ ਵੰਡਿਆ ਜਾਂਦਾ ਹੈ। ਇੱਕ ਮਾਲਵੇ ਦਾ ਪਠਾਰ ਹੋ ਗਿਆ, ਇੱਕ ਦੱਖਣ ਦਾ ਪਠਾਰ ਹੋ ਗਿਆ ਹੈ। ਠੀਕ ਹੈ, ਨੈਕਸਟ ਹੈ ਜੀ ਅੱਗੇ ਤੱਟ ਦੇ ਮੈਦਾਨ, ਕੋਸਟਲ ਪਲੇਨ ਜਿਹੜੇ ਹੈਗੇ ਨੇਗੇ। ਪਹਿਲਾਂ ਆਪਾਂ ਗੰਗਾ ਦੇ ਮੈਦਾਨ ਪੜ੍ਹੇ ਸੀਗੇ, ਪੰਜਾਬ ਹਰਿਆਣਾ ਦੇ ਮੈਦਾਨ ਪੜ੍ਹੇ ਸੀਗੇ। ਹੁਣ ਤੱਟ ਦੇ ਮੈਦਾਨ, ਕੁਛ ਕੋਸਟਲ ਏਰੀਆ ਵੀ ਹੈਗੇ ਨੇਗੇ। ਠੀਕ ਹੈ, ਜਾਂ ਕੋਸਟਲ ਦੇ ਮੈਦਾਨ ਵੀ ਹੈਗੇ ਨੇਗੇ। ਕੋਸਟਲ ਜਾਂ ਤੱਟ ਦੇ ਮੈਦਾਨ ਉਹ ਖੇਤਰ ਹੁੰਦੇ ਹੈਗੇ ਕਿ ਜਿਹੜੇ ਦੱਖਣੀ ਪਠਾਰ ਦੇ ਤਿੰਨਾਂ ਪਾਸਿਆਂ ਤੋਂ ਦੋ ਲੰਬੇ ਨਿਮਨ ਵਰਤੀ ਤੱਟਵਾਦੀ ਮੈਦਾਨਾਂ ਦੇ ਨਾਲ ਘਿਰੇ ਹੋਏ ਨੇਗੇ, ਜਿਹੜੇ ਗੁਜਰਾਤ ਤੋਂ ਚੱਲਦੇ ਹੈਗੇ ਗੁਜਰਾਤ ਦੇ ਕੱਛ ਖੇਤਰ ਤੋਂ ਚੱਲਦੇ ਹੈਗੇ ਅਤੇ ਕੰਨਿਆਕੁਮਾਰੀ ਤੋਂ ਹੁੰਦੇ ਹੋਏ ਮਹਾਨਦੀ ਭਾਵ ਬੰਗਾਲ ਤੱਕ ਜਿਹੜਾ ਹੈਗੇ ਆ ਜਾਂਦੇ ਹੈਗੇ ਨੇਗੇ, ਪੱਛਮੀ ਬੰਗਾਲ ਤੱਕ ਜਿਹੜਾ ਹੈ ਜਾਂਦੇ ਹੈਗੇ ਨੇਗੇ। ਠੀਕ ਹੈ, ਇਹਨਾਂ ਮੈਦਾਨਾਂ ਦੇ ਵਿੱਚ ਅੱਗੇ ਜਿਹੜੇ ਪੂਰਬੀ ਤੱਟ ਦੇ ਉੱਪਰ ਮੈਦਾਨ ਨੇਗੇ ਉਹ ਪੱਛਮ ਦੇ ਤੱਟਾਂ ਦੇ ਨਾਲੋਂ ਚੌੜੇ ਤੇ ਜ਼ਿਆਦਾ ਨਮੀ ਭਰਪੂਰ ਹੁੰਦੇ ਹੈਗੇ ਨੇਗੇ, ਬਟ ਪੱਛਮ ਵਾਲੇ ਉਨੇ ਜ਼ਿਆਦਾ ਨਹੀਂ ਹੁੰਦੇ ਹੈਗੇ। ਓਕੇ, ਸਥਿਤੀ ਦੇ ਅਨੁਸਾਰ ਇਹਨਾਂ ਨੂੰ ਅੱਗੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਜਿਹੜੇ ਮੈਦਾਨ ਪੂਰਬੀ ਤੱਟ ਦੇ ਉੱਪਰ ਮਿਲਦੇ ਹੈਗੇ ਆ ਉਹਨਾਂ ਨੂੰ ਪੂਰਬੀ ਤੱਟ ਦੇ ਮੈਦਾਨ, ਜਿਹੜੇ ਪੱਛਮੀ ਤੱਟ ਦੇ ਉੱਪਰ ਦੇਖਣ ਨੂੰ ਮਿਲਦੇ ਆ ਉਹਨਾਂ ਨੂੰ ਪੱਛਮੀ ਤੱਟ ਦੇ ਮੈਦਾਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗਾ।
ठीक है। सो पहला है जी पूर्वी तट ਦੇ मैदान। पूर्वी तट ਦੇ मैदान ਦਾ ਮਤਲਬ ਹੈ ਜਿਹੜੇ ਹਿੱਸੇ ਇਸ ਦੇ ਪੂਰਬ ਡਾਇਰੈਕਸ਼ਨ ਦੇ ਵਿੱਚ ਲੱਗਦੇ ਹੈਗੇ ਆ ਉਹਨੂੰ ਆਪਾਂ ਈਸਟਰਨ ਘਾਟ ਵੀ ਕਹਿ ਦਿੰਦੇ ਹੈਗੇ ਆ ਜਾਂ ਫਿਰ ਈਸਟਰਨ ਪਲੇਨਸ ਵੀ ਕਹਿ ਦਿੰਦੇ ਹੈਗੇ ਆਂਗੇ। ਠੀਕ ਹੈ, ਇਹ ਪੂਰਬ ਡਾਇਰੈਕਸ਼ਨ ਦੇ ਵਿੱਚ ਮਿਲਦੇ ਆ, ਇਸ ਕਰਕੇ ਆਪਾਂ ਇਸ ਨੂੰ ਯਾਦ ਰੱਖਾਂਗੇ। ਕਿਹੜੇ ਖੇਤਰ ਵੱਲ ਲੱਗਣਗੇ? ਇਹ ਬੰਗਾਲ ਦੀ ਖਾੜੀ ਵਾਲੇ ਖੇਤਰ 'ਚ। ਠੀਕ ਹੈ, ਇਹਨਾਂ ਮੈਦਾਨਾਂ ਦੇ ਜਿਹੜੇ ਖੇਤਰ ਨੇਗੇ ਉਹ ਪੂਰਬ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਹੈਗੇ ਅਤੇ ਪੱਛਮ ਦੇ ਵਿੱਚ ਇਹ ਪੂਰਬੀ ਘਾਟ ਦੇ ਨਾਲ ਰਿਲੇਟਡ ਹੈਗੇ ਨੇਗੇ। ਘਾਟ ਦਾ ਮਤਲਬ ਹੈ ਕਿ ਛੋਟੀਆਂ ਛੋਟੀਆਂ ਪਰਬਤ ਲੜੀਆਂ ਜਿਹੜੀਆਂ ਕਿ ਬੰਗਾਲ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਕੇਰਲ ਤੱਕ ਆਉਂਦੀਆਂ ਹੈਗੀਆਂ ਨੇਗੀਆਂ, ਉਸ ਨੂੰ ਕਹਿੰਦੇ ਹੈਗੇ ਹੈਗੇ। ਠੀਕ ਹੈ, ਕੇਰਲ ਤੱਕ ਆਉਂਦੀਆਂ ਹੈਗੀਆਂ ਨੇ, ਉਸ ਖੇਤਰ ਨੂੰ ਕਿਹਾ ਜਾਂਦਾ ਹੈਗਾ ਗਾ ਇਸ ਖੇਤਰ ਦੇ ਵਿੱਚ ਕਿ ਇਹ ਈਸਟਰਨ ਘਾਟ ਹੈ ਅਤੇ ਇਹਦੇ ਵਿੱਚ ਕੁਛ ਮੈਦਾਨੀ ਏਰੀਆ ਜਿੱਥੇ ਫਸਲਾਂ ਵਗੈਰਾ ਹੋਈਆਂ ਜਾਂਦੀਆਂ ਨੇ ਉਹਨੂੰ ਮੈਦਾਨ ਦਾ ਨਾਮ ਜਿਹੜਾ ਦੇ ਦਿੰਦੇ ਹੈਗੇ ਆ। ਇਹਨਾਂ ਦਾ ਵਿਸਤਾਰ ਕੇਰਲਾ ਤੋਂ ਹੁੰਦਾ ਹੈਗਾ ਗਾ, ਕੇਰਲਾ ਤੋਂ ਸ਼ੁਰੂ ਹੁੰਦੇ ਹੈਗੇ ਅੱਗੇ ਇਹ ਆਂਧਰਾ ਪ੍ਰਦੇਸ਼, ਤੇਲੰਗਾਨਾ, ਠੀਕ ਹੈ, ਇਸ ਖੇਤਰ ਦੇ ਵਿੱਚੋਂ ਦੀ ਹੋਏ ਉੜੀਸਾ ਦੇ ਹੁੰਦੇ ਹੋਏ ਜਿਹੜਾ ਹੈ ਬੰਗਾਲ ਤੱਕ ਜਿਹੜਾ ਹੈ ਪਹੁੰਚ ਜਾਂਦੇ ਹੈਗੇ ਨੇਗੇ, ਬੰਗਾਲ ਤੱਕ ਪਹੁੰਚ ਜਾਂਦੇ ਹੈਗੇ। ਸੋ ਇਹ ਸਾਰਾ ਖੇਤਰ ਜਿਹੜਾ ਹੈ ਕਹਾਉਂਦਾ ਹੈ ਜੀ ਪੂਰਬੀ ਤਟ ਦੇ ਮੈਦਾਨ। ਪੂਰਬੀ ਤਟ ਦੇ ਮੈਦਾਨ ਜਿਹੜੇ ਹੈਗੇ ਉਹ ਪੱਛਮੀ ਤਟ ਦੇ ਮੈਦਾਨਾਂ ਦੇ ਨਾਲੋਂ ਚੌੜੇ ਵੀ ਹੈਗੇ ਨੇ, ਉੱਚੇ ਵੀ ਹੈਗੇ ਆ ਅਤੇ ਬੰਜਰ ਵੀ ਹੈਗੇ ਨੇਗੇ। ਠੀਕ ਹੈ, ਇਹ ਯਾਦ ਰੱਖਣਾ ਹੈ। ਇੱਧਰ ਪਾਪੂਲੇਸ਼ਨ ਬਹੁਤ ਘੱਟ ਦੇਖਣ ਨੂੰ ਮਿਲਦੀ ਹੈਗੀ ਆ ਇਸ ਖੇਤਰ ਦੇ ਵਿੱਚ। ਦੂਸਰਾ ਖੇਤਰ ਹੈ ਜੀ ਪੱਛਮੀ ਤਟ ਦੇ ਮੈਦਾਨ। ਪੱਛਮੀ ਤਟ ਦੇ ਮੈਦਾਨ ਗੁਜਰਾਤ ਤੋਂ ਸ਼ੁਰੂ ਹੁੰਦੇ ਹੈਗੇ ਅਤੇ ਇਸ ਤਰੀਕੇ ਦੇ ਨਾਲ ਆਉਂਦੇ ਹੋਏ ਇਹ ਕੇਰਲਾ ਤੱਕ ਪਹੁੰਚਦੇ ਹੈਗੇ ਨੇਗੇ। ਆਹ ਸਾਰਾ ਖੇਤਰ ਅਰਬ ਸਾਗਰ ਦੇ ਨਾਲ ਲੱਗਦਾ ਹੈ, ਜਿਹੜਾ ਸਮੁੰਦਰੀ ਤਟ ਦੇ ਉੱਪਰ, ਇਹਨੂੰ ਕਿਹਾ ਜਾਊਗਾ ਜੀ ਪੱਛਮੀ ਤਟ ਦੇ ਮੈਦਾਨ। ਠੀਕ ਹੈ, ਇਹਦੇ ਵਿੱਚ ਜਿਵੇਂ ਕਿ ਕੇਰਲਾ ਹੋ ਗਿਆ, ਕਰਨਾਟਕ ਹੋਆ, ਗੋਆ ਹੋ ਗਿਆ, ਮਹਾਰਾਸ਼ਟਰ ਹੋ ਗਿਆ ਅਤੇ ਗੁਜਰਾਤ ਹੋ ਗਿਆ, ਇਹ ਸਾਰੇ ਖੇਤਰ ਜਿਹੜੇ ਹੈਗੇ ਨੇ ਇਸ ਖੇਤਰ ਦੇ ਵਿੱਚ ਪੈਂਦੇ ਹੈਗੇ ਨੇਗੇ। ਇਹ ਪੂਰਬ ਦੇ ਮੈਦਾਨਾਂ ਦੇ ਨਾਲੋਂ ਘੱਟ ਚੌੜੇ ਹੁੰਦੇ ਨੇ, ਬਟ ਇੱਥੇ ਪਾਪੂਲੇਸ਼ਨ ਕਾਫੀ ਜ਼ਿਆਦਾ ਰਹਿੰਦੀ ਹੈਗੀ। ਠੀਕ ਹੈ, ਇਹ ਯਾਦ ਰੱਖਿਓ। ਨੈਕਸਟ ਹੈ ਜੀ ਅੱਗੇ ਇਹਨਾਂ ਦਾ ਜਿਹੜਾ ਵਿਸਥਾਰ ਹੈਗਾ ਗਾ ਉਹ ਗੁਜਰਾਤ ਤੋਂ ਕੇਰਲਾ ਤੱਕ ਹੈਗਾ ਗਾ। ਸੋ ਇਸ ਖੇਤਰ ਦੇ ਵਿੱਚ ਇਹਨਾਂ ਦੀ ਬਾਉਂਡਰੀ ਬਣ ਜਾਂਦੀ ਹੈਗੀ। ਨੈਕਸਟ ਹੈ ਜੀ ਭਾਰਤੀ ਦੀਪ ਅਤੇ ਟਾਪੂ। ਭਾਰਤੀ ਆਈਲੈਂਡ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈਗਾ ਗਾ। ਆਈਲੈਂਡ ਕੀ ਹੁੰਦਾ ਹੈ? ਉਹ ਹਿੱਸਾ ਹੁੰਦਾ ਹੈਗਾ ਗਾ ਜਿਹੜਾ ਕਿ ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈਗਾ ਗਾ, ਜਿਵੇਂ ਕਿ ਅੰਡੇਮਾਨ ਨਿਕੋਬਾਰ ਹੋ ਗਿਆ, ਲਕਸ਼ਦੀਪ ਹੋ ਗਿਆ। ਇਹ ਉਹ ਹਿੱਸੇ ਨੇਗੇ ਜਿਹੜੇ ਕਿ ਪੂਰੇ ਦੇ ਪੂਰੇ ਪਾਣੀ ਦੇ ਨਾਲ ਘਿਰੇ ਹੋਏ ਹੈਗੇ ਨੇ, ਇਸ ਕਾਰਨ ਕਰਕੇ ਆਪਾਂ ਇਹਨਾਂ ਨੂੰ ਆਈਲੈਂਡ ਦਾ ਨਾਮ ਦੇ ਦਿੰਦੇ ਹੈਗੇ ਆ। ਇੱਕ ਪ੍ਰਾਇਦੀਪ ਹੁੰਦਾ ਹੈ ਜਿਹੜਾ ਕਿ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ। ਟਾਪੂ ਜਿਹੜੇ ਹੁੰਦੇ ਹੈਗੇ ਆ ਇਸ ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ, ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਖੇਤਰ ਹੁੰਦਾ ਹੈ ਜਿਹੜਾ, ਉਸ ਨੂੰ ਕਹਿ ਦਿੱਤਾ ਜਾਂਦਾ ਹੈ ਆਈਲੈਂਡ। ਭਾਰਤੀ ਟਾਪੂਆਂ ਦੀ ਜੇਕਰ ਆਪਾਂ ਗਿਣਤੀ ਕਰੀਏ ਤਾਂ ਲਗਭਗ ਭਾਰਤ ਦੇ ਹਿੱਸੇ ਦੇ ਵਿੱਚ 267 ਦੇ ਕਰੀਬ ਜਿਹੜੇ ਆਈਲੈਂਡ ਹੈ ਉਹ ਪਾਏ ਜਾਂਦੇ ਨੇ, ਯਾਨੀ ਕਿ ਇਹਨਾਂ ਦੇ ਉੱਪਰ ਅਧਿਕਾਰ ਹੈਗਾ ਪੂਰੇ ਭਾਰਤ ਦਾ 267 ਦੇ ਕਰੀਬ। ਠੀਕ ਹੈ, ਇਹਨਾਂ ਨੂੰ ਸਥਿਤੀ ਦੇ ਆਧਾਰ ਦੇ ਉੱਪਰ 2 ਵਰਗਾਂ ਦੇ ਵਿੱਚ ਵੰਡਿਆ ਗਿਆ ਹੈਗਾ ਗਾ। ਪਹਿਲਾ ਉਹ ਵਰਗ ਜਿਹੜਾ ਤੱਟ ਤੋਂ ਦੂਰ ਦੀਪ ਨੇਗੇ ਅਤੇ ਦੂਜਾ ਉਹ ਹਿੱਸਾ ਜਿਹੜਾ ਤੱਟ ਦੇ ਨੇੜਲੇ ਦੀਪ ਹੈਗੇ ਨੇ, ਭਾਵ ਕੋਸਟਲ ਲਾਈਨ ਦੇ ਨਾਲ ਹੀ ਲੱਗਦੇ ਆ, ਅਤੇ ਕੁਝ ਉਹ ਹਿੱਸੇ ਜਿਹੜੇ ਕਾਫੀ ਲੰਬੀ ਦੂਰੀ ਤੈਅ ਕਰਨ ਤੋਂ ਬਾਅਦ ਆਉਂਦੇ ਹੈਗੇ ਨੇ। ਤੱਟ ਤੋਂ ਦੂਰ ਦੀਪਾਂ ਦੇ ਵਿੱਚ ਵੀ ਅੱਗੇ 2 ਭਾਗ ਆਉਂਦੇ ਹੈਗੇ ਜਿਹੜੇ ਤੱਟ ਤੋਂ ਦੂਰ ਪਾਏ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ ਪਹਿਲਾ ਭਾਗ ਅਰਬ ਸਾਗਰ ਦੇ ਦੀਪ ਸਮੂਹ ਜਿਹੜੇ ਕਿ ਅਰਬ ਸਾਗਰ ਦੇ ਵਿੱਚ ਮਿਲਦੇ ਆ। ਦੂਸਰਾ ਹਿੱਸਾ ਉਹ ਜਿਹੜਾ ਕਿ ਬੰਗਾਲ ਦੀ ਖਾੜੀ ਦੇ ਦੀਪ ਸਮੂਹ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਨੇਗੇ। ਓਕੇ, ਮੈਪ 'ਤੇ ਥੋੜ੍ਹਾ ਜਿਹਾ ਮੈਂ ਇੱਧਰ ਐਡ ਕਰ ਦੇਵਾਂ। ਆਪਣੇ ਕੋਲੇ ਇੱਧਰਲੀ ਸਾਈਡ 'ਤੇ ਪੂਰਬ ਦੇ ਵਿੱਚ, ਪੱਛਮ ਦੇ ਵਿੱਚ ਅਰਬ ਸਾਗਰ ਆ ਜਾਂਦਾ ਹੈਗਾ ਗਾ, ਅਤੇ ਪੱਛਮ ਦੇ ਵਿੱਚ ਜਿਹੜਾ ਹੈ ਆਪਣੇ ਕੋਲੇ ਪੂਰਬ ਦੇ ਵਿੱਚ ਬੰਗਾਲ ਦੀ ਖਾੜੀ ਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਲੈਣਾ ਹੈਗਾ ਗਾ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਕੀ ਆਊਗਾ। ਪਹਿਲਾਂ ਗੱਲ ਕਰਦੇ ਹਾਂ ਅਰਬ ਸਾਗਰ ਦੇ ਵਿੱਚ ਜਿਹੜੇ ਦੀਪ ਸਮੂਹ ਪਾਏ ਜਾਂਦੇ ਹੈਗੇ ਆ, ਜੋ ਕਿ ਇਸ ਖੇਤਰ ਦੇ ਵਿੱਚ ਹੈ, ਭਾਰਤ ਦੇ ਪੱਛਮ ਦੇ ਵਿੱਚ ਹੈਗਾ ਗਾ। ਇਹ ਦੱਖਣ ਪੂਰਬੀ ਅਰਬ ਸਾਗਰ ਦੇ ਵਿੱਚ ਪ੍ਰਵਾਲ ਭਿਰਤੀਆਂ, ਜਿਹਨੂੰ ਕੋਰਲ ਰੀਫ ਕਿਹਾ ਜਾਂਦਾ ਹੈ, ਉਹਨਾਂ ਦੇ ਜਵਾਬ ਦੇ ਨਾਲ ਬਣੇ ਹੋਏ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਦੀਪ ਹੈਗਾ ਗਾ ਲਕਸ਼ਦੀਪ। ਠੀਕ ਹੈ, ਇਹ ਪ੍ਰਵਾਲ ਭਿਰਤੀਆਂ ਨੇਗੀਆਂ। ਪ੍ਰਵਾਲ ਭਿਰਤੀਆਂ ਦਾ ਮਤਲਬ ਹੈ ਕਿ ਕੁਛ ਮਿੱਟੀ ਜਿਹੜੀ ਹੈਗੀ ਦੱਖਣ ਪੂਰਬੀ ਹਿੱਸੇ ਦੇ ਵਿੱਚ ਅਰਬ ਸਾਗਰ ਦੇ ਵਿੱਚ ਜਮ੍ਹਾਂ ਹੁੰਦੀ ਹੈ, ਉਸ ਦੇ ਆਧਾਰ ਦੇ ਉੱਪਰ ਜਿਹੜੀ ਹੈ ਇਹ ਦੀਪ ਕ੍ਰੀਏਟ ਹੋਏ ਨੇ। ਇਹਨਾਂ ਦੀ ਕੁੱਲ ਸੰਖਿਆ ਜਿਹੜੀ ਹੈਗੀ ਆ ਉਹ 25 ਦੇ ਕਰੀਬ ਹੈਗੀ ਜੋ ਕਿ ਅਰਬ ਸਾਗਰ ਦੇ ਵਿੱਚ ਵੇਖਣ ਨੂੰ ਮਿਲਦੇ ਹੈਗੇ ਆ। ਇਹਨਾਂ 25 ਦੇ ਵਿੱਚੋਂ 3 ਪ੍ਰਮੁੱਖ ਹਿੱਸੇ ਜਿਹੜੇ ਹੈਗੇ ਉਹ ਡਿਵਾਈਡ ਕੀਤੇ ਗਏ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਮੀਨ ਦੀਪ ਜਿਹੜਾ ਕਿ ਉੱਤਰੀ ਹਿੱਸੇ ਦੇ ਵਿੱਚ ਪੈਂਦਾ ਹੈ। ਦੂਸਰਾ ਹਿੱਸਾ ਲਕਸ਼ਦੀਪ ਹੈ ਜੋ ਕਿ ਮੱਧਵਰਤੀ ਦੀਪ ਦੇ ਵਿੱਚ ਪੈਂਦਾ ਹੈਗਾ ਗਾ। ਤੀਸਰਾ ਹਿੱਸਾ ਉਹ ਆ ਜਾਂਦਾ ਹੈ ਜਿਹੜਾ ਕਿ ਦੱਖਣੀ ਹਿੱਸੇ ਦੇ ਵਿੱਚ ਪੈ ਜਾਂਦਾ ਹੈ, ਜਿਸ ਨੂੰ ਕਿ ਮਿਨੀ ਕੋਏ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗਾ। ਓਕੇ, 3 ਹਿੱਸਿਆਂ ਦੇ ਵਿੱਚ ਡਿਵਾਈਡ ਹੈਗਾ ਗਾ, ਅਮੀਨ ਦੀਪੀ, ਲਕਸ਼ਦੀਪੀ ਅਤੇ ਮਿਨੀ ਕੋਇਆ। ਨੈਕਸਟ ਹੈ ਜੀ ਅਗਲਾ ਆਪਣੇ ਕੋਲੇ ਬੰਗਾਲ ਦੀ ਖਾੜੀ ਦੇ ਵਿੱਚ ਸਥਿਤ ਹੈ, ਜੋ ਕਿ ਪੂਰਬ ਡਾਇਰੈਕਸ਼ਨ ਦੇ ਵਿੱਚ ਪੈਂਦਾ ਹੈ ਭਾਰਤ ਦੇ। ਓਕੇ, ਇਸ ਡਾਇਰੈਕਸ਼ਨ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਸਥਿਤ ਹੈ।
ਇਹਨਾਂ ਦੇ ਵਿੱਚ ਕੁਝ ਦੀਪ ਜਿਹੜੇ ਹੈਗੇ ਨੇ ਉਹ ਜਵਾਲਾਮੁਖੀ ਦੇ ਲਾਵੇ ਦੁਆਰਾ ਬਣੇ ਹੋਏ ਹੈਗੇ ਨੇ, ਇਸ ਕਰਕੇ ਇਹ ਜ਼ਿਆਦਾਤਰ ਲਾਵੇ ਦੇ ਉੱਪਰ ਆਧਾਰਿਤ ਹੈਗੇ ਨੇਗੇ। ਅਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਦੀਪ ਹੈਗੇ ਨੇ ਜਿਹੜੀਆਂ ਕਿ ਪਹਾੜੀਆਂ ਦੀਆਂ ਉੱਚੀਆਂ ਚੋਟੀਆਂ ਸੀਗੀਆਂ, ਪਰ ਉਹਨਾਂ ਦੇ ਵਿੱਚੋਂ ਕੁਝ ਖੇਤਰ ਬਾਹਰ ਰਹਿ ਗਏ ਤੇ ਕੁਝ ਜਿਹੜੇ ਹੈਗੇ ਨੇਗੇ ਉਹ ਉਸੇ ਤਰੀਕੇ ਦੇ ਨਾਲ ਹੀ ਖੜੇ ਹੈਗੇ ਨੇ, ਮਤਲਬ ਥੋੜ੍ਹੀਆਂ ਥੋੜ੍ਹੀਆਂ ਤਾਂ ਪਾਰਟ ਦੇ ਵਿੱਚ ਰਹਿੰਦੇ ਆ। ਸੋ ਬੰਗਾਲ ਦੀ ਖਾੜੀ ਦੇ ਵਿੱਚ ਵੀ ਜਿਹੜੇ ਦੀਪ ਸਮੂਹ ਨੇ ਉਹ ਵੀ 3 ਵੱਡੇ ਹਿੱਸਿਆਂ ਦੇ ਵਿੱਚ ਵੰਡੇ ਹੋਏ ਹੈਗੇ ਆ। ਪਹਿਲੇ ਨੂੰ ਅੰਡੇਮਾਨ ਦੀਪ ਸਮੂਹ ਕਿਹਾ ਜਾਂਦਾ ਹੈ, ਦੂਸਰੇ ਦਾ ਨਾਮ ਨਿਕੋਬਾਰ ਹੈ, ਤੇ ਇਸ ਤੋਂ ਇਲਾਵਾ ਕੁਝ ਹੋਰ ਦੀਪ ਵੀ ਜਿਹੜੇ ਹੈ ਉਹ ਇਸ ਦੇ ਵਿੱਚ ਸ਼ਾਮਲ ਹੈਗੇ। ਇਹ 'ਚ ਖਾਸ ਤੌਰ ਤੇ 2 ਇੰਪੋਰਟੈਂਟ ਹੈਗੇ, ਅੰਡੇਮਾਨ ਦੀਪ ਸਮੂਹ ਤੇ ਨਿਕੋਬਾਰ ਦੀਪ ਸਮੂਹ। ਠੀਕ ਹੈ, ਅੰਡੇਮਾਨ ਦੀਪ ਸਮੂਹ ਦੀ ਜਿਹੜੀ ਸੰਖਿਆ ਹੈ ਉਹ ਤਕਰੀਬਨ 120 ਦੇ ਕਰੀਬ ਜਿਹੜੇ ਹੈਗੇ ਆਈਲੈਂਡ ਇਸ ਦੇ ਵਿੱਚ ਆਉਂਦੇ ਹੈਗੇ ਨੇਗੇ। ਅਤੇ ਨਿਕੋਬਾਰ ਆਈਲੈਂਡ ਦੇ ਉੱਪਰ ਜਿਹੜਾ ਹੈਗਾ ਗਾ ਇਸ ਦਾ ਦੱਖਣੀ ਪੁਆਇੰਟ ਪਾਇਆ ਜਾਂਦਾ ਹੈ, ਜਿਸ ਦਾ ਨਾਮ ਹੈ ਇੰਦਰਾ ਪੁਆਇੰਟ। ਇੰਦਰਾ ਪੁਆਇੰਟ ਭਾਰਤ ਦਾ ਬਿਲਕੁਲ ਦੱਖਣੀ ਪੁਆਇੰਟ ਹੈ, ਜਿੱਥੇ ਭਾਰਤ ਦੀ ਬਾਉਂਡਰੀ ਖਤਮ ਹੋ ਜਾਂਦੀ ਹੈਗੀ ਹੈ, ਤੇ ਇਹ ਨਿਕੋਬਾਰ ਆਈਲੈਂਡ ਦੇ ਉੱਪਰ ਸਥਿਤ ਹੈਗਾ ਗਾ। ਓਕੇ, ਨੈਕਸਟ ਹੈ ਜੀ ਲਾਸਟ ਆਪਣੇ ਕੋਲੇ ਤਟ ਦੇ ਨੇੜਲੇ ਦੀਪ, ਜਾਣੀ ਕਿ ਇਹ ਸਮੁੰਦਰ ਪਾਰ ਕਰਕੇ ਨਹੀਂ ਜਾਣਾ ਪੈਂਦਾ, ਇਹ ਧਰਤੀ ਦੇ ਮੇਨ ਲੈਂਡ ਦੇ ਨਾਲ ਲੱਗੇ ਹੋਏ, ਜਾਣੀ ਕਿ ਭਾਰਤ ਦੇ ਨਾਲ ਲੱਗੇ ਹੋਏ ਹੈਗੇ ਨੇ। ਇਹਨਾਂ ਦੇ ਵਿੱਚ ਗੰਗਾ ਦੇ ਡੈਲਟਾ ਦੇ ਨਾਲ ਨਿਰਮਿਤ ਕੁਝ ਸਾਗਰਾਂ ਦੇ ਵਿੱਚ, ਠੀਕ ਹੈ, ਜਿਵੇਂ ਕਿ ਸਾਗਰ, ਸੋਰਟ ਅਤੇ ਵਹੀਲਰ ਤੇ ਨਿਊਮੂਰ ਨਾਮ ਦੇ ਜਿਹੜੇ ਦੀਪ ਨੇ ਉਹ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਇਲਾਵਾ ਕੁਝ ਖੇਤਰ ਦੇ ਜਿਹੜੇ ਦੀਪ ਨੇ ਉਹ ਤਮਿਲਨਾਡੂ ਤਟ ਦੇ ਉੱਪਰ ਵੀ ਮਿਲਦੇ ਹੈਗੇ ਆ, ਤੇ ਗੁਜਰਾਤ ਦੇ ਤਟ ਦੇ ਉੱਪਰ ਦੇਖਣ ਨੂੰ ਮਿਲਦਾ ਹੈ ਦਿਊ ਨਾਮ ਦੀਪ। ਸੋ ਇਹ ਸਾਰੇ ਖੇਤਰ ਉਹ ਨੇਗੇ ਜਿਹੜੇ ਕਿ ਤਟ ਦੇ ਨੇੜਲੇ ਖੇਤਰ ਹੈਗੇ ਨੇ, ਮਤਲਬ ਕਿ ਸਮੁੰਦਰ ਪਾਰ ਨਹੀਂ ਕਰਨਾ ਪੈਂਦਾ, ਇਹ ਮੇਨ ਲੈਂਡ ਦੇ ਨਾਲ ਹੀ ਜੁੜੇ ਹੈਗੇ ਨੇਗੇ। ਗੰਗਾ ਦੇ ਦੁਆਰਾ ਸਾਗਰ, ਸ਼ੋਰਟ, ਵਹੀਲਰ ਤੇ ਨਿਊਮਰ ਹੈ। ਗੁਜਰਾਤ ਦੇ ਤਟ ਦੇ ਉੱਪਰ ਦਿਊ ਨਾਮੀ ਜਿਹੜਾ ਦੀਪ ਹੈ ਉਹ ਸਥਿਤ ਹੈ। ਓਕੇ, ਸੋ ਇਹ ਸੀ ਆਪਣਾ ਅੱਜ ਦਾ 6ਵੀਂ ਕਲਾਸ ਦਾ 6ਵਾਂ ਚੈਪਟਰ ਜੋ ਕੰਪਲੀਟ ਹੋ ਚੁੱਕਿਆ ਹੈ। ਨੈਕਸਟ ਇਸ ਤੋਂ ਬਾਅਦ 7ਵਾਂ ਚੈਪਟਰ ਤੁਹਾਨੂੰ ਮੈਂ ਜਿਹੜਾ ਹੈ ਜਲਦ ਹੀ ਪ੍ਰੋਵਾਈਡ ਕਰ ਦੇਵਾਂਗਾ, ਉਹ ਤੁਹਾਨੂੰ YouTube ਦੇ ਉੱਪਰ ਵੀ ਮਿਲ ਜਾਵੇਗਾ, ਇਸ ਤੋਂ ਇਲਾਵਾ ਜਿਹੜਾ ਹੈ ਐਪ ਦੇ ਉੱਪਰ ਵੀ ਮਿਲ ਜਾਵੇਗਾ। ਪਰ ਜੇ ਤੁਸੀਂ PDF ਕਲੈਕਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਪ ਦੇ ਉੱਪਰ ਹੀ ਵਿਜ਼ਿਟ ਕਰਨਾ ਪਵੇਗਾ, ਉੱਥੇ ਤੁਹਾਨੂੰ ਜਿਹੜੀ ਇਹ ਐਪ ਜਿਹੜੀ ਕਲਾਸ ਹੈ ਉਹਨਾਂ ਸਾਰਿਆਂ ਦੀਆਂ ਜਿਹੜੀਆਂ PDF ਹੈ ਤੁਹਾਨੂੰ ਉਹ ਪ੍ਰੋਵਾਈਡ ਹੋ ਜਾਣਗੀਆਂ। ਓਕੇ, ਸੋ ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਹਾਂ ਅਗਲੇ ਸੈਸ਼ਨ ਦੇ ਵਿੱਚ।